ਸਤਿਨਾਮ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ, ਕਿਰਪਾ ਕਰੋ ਦੀਨ ਕੇ ਦਾਤੇ, ਸੁਕੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ। ਘਰ ਪੰਜਵਾ ਅਲਾਹਣੀਆਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹ। ਜਿਨ ਜਗ ਧੰਦੈ ਲਾਇਆ। ਮੋਹਲਤ ਪੁੰਨੀ ਪਾਈ ਭਰੀ। ਜਾਨੀਅੜਾ ਘਤ ਚਲਾਇਆ। ਧੰਨ ਸਿਰੰਦਾ ਸੱਚਾ ਪਾਤਸ਼ਾਹ। ਜਿਨ ਜਗ ਧੰਦੈ ਲਾਇਆ। ਮੋਹਲਤ ਪੁੰਨੀ ਪਾਈ ਭਰੀ। ਜਾਨੀਅੜਾ ਘਤ ਚਲਾਇਆ। ਜਾਨੀ ਘਤ ਚਲਾਇਆ ਲਿਖਿਆ ਆਇਆ। ਰੁੰਨੇ ਵੀਰ ਸੁਬਾਏ। ਕਾਇਆ ਹੰਸ ਥਿਆ ਵਿਛੋੜਾ। ਜਾਂ ਦਿਨ ਪੁੰਨੇ ਮੇਰੀ ਮਾਏ। ਜੇਹਾ ਲਿਖਿਆ ਤੇਹਾ ਪਾਇਆ। ਜੇਹਾ ਪੁਰਬ ਕਮਾਇਆ। ਧੰਨ ਸਿਰੰਦਾ ਸੱਚਾ ਪਾਤਸ਼ਾਹ। ਜਿਨ ਜਗ ਧੰਦੈ ਲਾਇਆ। ਜੇਹਾ ਲਿਖਿਆ ਤੇਹਾ ਪਾਇਆ। ਜੇਹਾ ਪੁਰਬ ਕਮਾਇਆ।
ਧਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਿਕ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਤ ਸੰਗਤ ਵਿੱਚ ਜੁੜਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਇਹ ਪਾਵਨ ਮੁੱਖ ਵਾਕ ਵਡਹੰਸ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਅਲਾਣੀਆਂ ਦੇ ਸਰਲੇਖ ਹੇਠ ਪਾਵਨ ਪਵਿੱਤਰ ਸ਼ਬਦ ਦਰਜ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਉਸ ਧੰਨ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਸਿਰਜਣਹਾਰ ਦੀ ਵਡਿਆਈ ਕਰ ਰਹੇ ਹਨ, ਉੱਥੇ ਸਾਨੂੰ ਦੁਨਿਆਵੀ ਜੀਵਾਂ ਨੂੰ ਪਾਤਸ਼ਾਹਕ ਅਸਲੀਅਤ ਤੋਂ ਜਾਣੂ ਕਰਾ ਰਹੇ ਨੇ। ਭਾਈ, ਇਹ ਤੇਰਾ ਅਸਲੀ ਮੁਕਾਮ ਨਹੀਂ ਜਿੱਥੇ ਤੂੰ ਸੰਸਾਰ ਵਿੱਚ ਜੀਵਨ ਬਸ਼ਰ ਕਰ ਰਿਹਾ ਹੈ। ਇੱਥੇ 10 20 30 40 50 ਸਾਲ 100 ਸਾਲ ਸਰੀਰ ਦੀ ਉਮਰ ਪੂਰੀ ਕਰਨ ਤੋਂ ਬਾਅਦ ਤੈਨੂੰ ਜਾਣਾ ਪਏਗਾ। ਜਿਵੇਂ ਹੀ ਇਸ ਕਾਇਆ ਤੋਂ ਆਤਮਾ ਰੂਪੀ ਹੰਸ ਵੱਖ ਹੁੰਦਾ ਹੈ, ਸੰਸਾਰ ਦੀ ਖੇਡ ਬਦਲ ਜਾਂਦੀ ਹੈ। ਦੁਨੀਆ ਦੇ ਲੋਕ ਕੁਝ ਘੰਟਿਆਂ ਵਾਸਤੇ ਬਹਿਣ ਪਾਉਂਦੇ ਹਨ, ਰੋਂਦੇ ਹਨ। ਜੀਵ ਆਤਮਾ ਨੂੰ ਸੰਸਾਰ ਤੋਂ ਇਕੱਲਿਆਂ ਹੀ ਜਾਣਾ ਪੈਂਦਾ ਹੈ। ਜਿਹੋ ਜਿਹੇ ਕਰਮ ਸਰੀਰ ਵਿੱਚ ਰਹਿੰਦੇ ਆਤਮਾ ਨੇ ਕੀਤੇ ਹਨ, ਉਸ ਆਤਮਾ ਨੂੰ ਨਿਰੰਕਾਰ ਦੀ ਦਰਗਾਹ ਵਿੱਚ ਉਹੋ ਜਿਹਾ ਫਲ ਮਿਲਦਾ ਹੈ। ਆਓ ਸਾਧ ਸੰਗਤ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਸ਼ਬਦ ਨਾਲ ਜੁੜੀਏ। ਜਿੰਨੇ ਵੀ ਸਰੀਰ ਸੰਗਤੀ ਰੂਪ ਵਿੱਚ ਜੁੜ ਬੈਠੇ ਹੋ, ਜਾਂ ਜਿਹੜੀਆਂ ਸੰਗਤਾਂ ਘਰਾਂ ਵਿੱਚ ਦੂਰ ਦਰੇਡੇ ਦੇਸ਼ ਵਿਦੇਸ਼ ਵਿੱਚ PTC ਦੇ ਮਾਧਿਅਮ ਰਾਹੀਂ ਚੈਨਲ ਦੇ ਰਾਹੀਂ ਹਾਜ਼ਰੀਆਂ ਭਰ ਰਹੇ ਹੋ, ਮਨ ਚਿੱਤ ਇਕਾਗਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਾਓ ਹਾਜ਼ਰੀ ਤੇ ਬਖਸ਼ੋ ਅਸੀਸ। ਦੋਵੇਂ ਹੱਥ ਜੋੜ ਕੇ ਕਰੋ ਕਿਰਪਾਲਤਾ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ। ਘਰ ਪੰਜਵਾ ਅਲਾਹਣੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ
ਵਡਹੰਸ ਰਾਗ ਦੇ ਅੰਦਰ ਘਰ ਪੰਜਵੇਂ ਵਿੱਚ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ। ਅਲਾਣੀਆਂ ਦਾ ਅਰਥ ਵਿਦਵਾਨਾਂ ਨੇ ਕੀਤਾ ਜਦੋਂ ਕਿਸੇ ਦੀ ਮੌਤ ਉੱਤੇ ਬਹੁਤ ਗਹਿਰੇ ਵਿਰਾਗ ਨਾਲ ਭਰੇ ਹੋਏ ਬੈਣ ਪਾਏ ਜਾਂਦੇ ਹੋਣ, ਉਸ ਧੁਨ ਵਿੱਚ, ਉਸ ਲੈ ਵਿੱਚ ਇਸ ਪਾਵਨ ਸ਼ਬਦ ਨੂੰ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਸਾਧ ਸੰਗਤ, ਇੱਕ ਵਕਤ ਸੀ ਜਦੋਂ ਕੁਝ ਲੋਕ ਨਿਸ਼ਚਿਤ ਕੀਤੇ ਜਾਂਦੇ ਸਨ ਜਿਨ੍ਹਾਂ ਨੂੰ ਕਿਸੇ ਦੀ ਮੌਤ ਉੱਤੇ ਬੈਣ ਪਾਉਣ ਵਾਸਤੇ ਬੁਲਾਇਆ ਜਾਂਦਾ ਸੀ। ਵੱਡੇ ਵੱਡੇ ਰਾਜੇ ਜਦੋਂ ਚੜ੍ਹਾਈ ਕਰ ਜਾਣ ਤਾਂ ਸਪੈਸ਼ਲ ਉਹਨਾਂ ਲੋਕਾਂ ਨੂੰ, ਉਹਨਾਂ ਮਾਈਆਂ ਨੂੰ ਬੈਣ ਪਾਉਣ ਵਾਸਤੇ ਸੱਦਿਆ ਜਾਂਦਾ ਸੀ ਔਰ ਉਹ ਇਸ ਲੈ ਵਿੱਚ ਉਹਦੇ ਗੁਣ ਗਾ ਕੇ, ਉਹਦੀ ਵਡਿਆਈ ਕਰਕੇ, ਉਹਨੂੰ ਵਾਹ ਸ਼ੇਰਾ ਹੱਲੇ ਸ਼ੇਰਾ ਕਹਿ ਕੇ ਬਹੁਤ ਵਿਰਾਗ ਵਿੱਚ ਬੈਣ ਪਾਉਣੇ। ਸੁਣਨ ਵਾਲਿਆਂ ਦੇ ਅੰਦਰੋਂ ਆਪਣੇ ਆਪ ਹੂਕ ਪੈਦਾ ਹੋਣੀ। ਉਹਦਾ ਇੱਕ ਰੀਜਨ ਵੀ ਸੀ। ਕਈ ਵਾਰ ਕੁਝ ਘਟਨਾਵਾਂ ਭਰ ਜਵਾਨੀ ਵਿੱਚ ਕੁਝ ਸਰੀਰ ਚਲੇ ਜਾਂਦੇ ਨੇ ਔਰ ਸਦਮਾ ਇੰਨਾ ਗਹਿਰਾ ਹੁੰਦਾ ਹੈ ਕਿ ਉਹ ਕਿਸੇ ਦੇ ਮਨ ਉੱਤੇ ਲੱਗ ਜਾਏ ਤਾਂ ਕਈ ਵਾਰ ਅੱਖਾਂ ਵਿੱਚ ਰੋਣਾ ਨਹੀਂ ਆਉਂਦਾ, ਪਰ ਅੰਦਰ ਹੀ ਅੰਦਰ ਉਹ ਫਿਰ ਸਹਿਜੇ ਸਹਿਜੇ ਵਿਰਾਗ ਜਿਹੜਾ ਇੱਕ ਅੰਦਰ ਗੁਬਾਰ ਬਣ ਜਾਂਦਾ, ਰੋਗ ਪੈਦਾ ਕਰ ਸਕਦਾ। ਇਸੇ ਲਈ ਕਹਿੰਦੇ ਨੇ ਜੇ ਕਿਸੇ ਨੂੰ ਰੋਣਾ ਨਾ ਆਵੇ ਤਾਂ ਉਹਦੇ ਸਰੀਰ ਵਿੱਚ ਰੋਗ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ। ਤਾਂ ਉਸ ਵਕਤ ਇਸ ਤਰ੍ਹਾਂ ਦੇ ਲੋਕ ਨਿਸ਼ਚਿਤ ਕੀਤੇ ਜਾਂਦੇ ਸਨ ਕਿ ਇੰਨੇ ਵਿਰਾਗ ਵਿੱਚ ਬੈਣ ਪਾਓ ਜਿਹਨੂੰ ਬਹੁਤ ਗਹਿਰਾ ਸਦਮਾ ਲੱਗਿਆ, ਰੋਣਾ ਨਹੀਂ ਆ ਰਿਹਾ, ਸੋਚਾਂ ਵਿੱਚ ਡੁੱਬਿਆ ਹੋਇਆ ਹੈ, ਤਾਂ ਉਹਦੇ ਅੰਦਰੋਂ ਉਹ ਗੁਬਾਰ ਨਿਕਲ ਜਾਏ, ਉਹਦੇ ਅੰਦਰ ਵੀ ਰੋਣ ਪੈਦਾ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਰਲੇਖ ਲਿਖਿਆ ਅਲਾਣੀਆਂ, ਔਰ ਸਤਿਗੁਰ ਜੀ ਸੰਸਾਰ ਦੀ ਅਸਲੀਅਤ ਸਮਝਾਉਂਦੇ, ਨਾਲ ਸਾਨੂੰ ਸਾਡੀ ਮੌਤ ਯਾਦ ਕਰਾਏ ਰਹੇ, ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਰਜਣਾ ਦੀ ਵਡਿਆਈ ਕਰ ਰਹੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਲਾਣੀਆਂ ਦੇ ਸਰਲੇਖ ਹੇਠ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਇੱਕ ਅਕਾਲ ਪੁਰਖ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਘਾਰ ਵਿੱਚ ਬੰਨ੍ਹਿਆ ਹੋਇਆ, ਜੋ ਇੱਕ ਅਦੁੱਤੀ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ। ਸੰਖੇਪ ਵਿੱਚ ਪਾਤਸ਼ਾਹ ਨੇ ਮੂਲ ਮੰਤਰ ਭਾਵ ਉਹ ਅਕਾਲ ਪੁਰਖ ਜੋ ਨਿਰਭਉ ਨਿਰਵੈਰ ਹੈ, ਅਜੂਨੀ ਹੈ, ਸਹਿਭੰਗ ਹੈ, ਉਹ ਸਤਿਗੁਰ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੇ ਹਨ। ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲਾਂ ਵਡਿਆਈ ਕਰਦੇ ਉਸ ਸਿਰਜਣਹਾਰ ਦੀ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਇਸ ਸੰਸਾਰ ਦੀ ਸਿਰਜਣਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਸੱਚੇ ਪਾਤਸ਼ਾਹ ਹੋ, ਧੰਨ ਹੋ। ਫਿਰ ਦੂਜੀ ਗੱਲ, ਜਿਨ ਜਗ ਧੰਦਾ ਲਾਇਆ, ਕੱਲਾ ਸਿਰਜਿਆ ਨਹੀਂ ਰੱਬ ਨੇ, ਸਾਡੀ ਸਿਰਜਣਾ ਕਰਨ ਤੋਂ ਬਾਅਦ ਸਾਨੂੰ ਸੰਸਾਰ ਦੇ ਮਾਇਕ ਧੰਦਿਆਂ ਵਿੱਚ ਲਾਇਆ ਹੋਇਆ। ਸਾਰੀ ਸ੍ਰਿਸ਼ਟੀ ਨੂੰ ਇੱਕ ਮੋਹ ਦੇ ਅੰਦਰ ਬੰਨਿਆ ਹੋਇਆ। ਸਾਧ ਸੰਗਤ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਰੀਰ ਦੇ ਅੰਦਰ ਜੀਵ ਦੇ ਤੱਤ ਹਨ ਮਨ ਦੇ। ਇਹ ਤੋਂ ਬਗੈਰ ਸੰਸਾਰ ਦੀ ਉਪਜ ਨਹੀਂ, ਤੇ ਇਹਦੇ ਤੋਂ ਬਗੈਰ ਸੰਸਾਰ ਚੱਲ ਵੀ ਨਹੀਂ ਸਕੇਗਾ। ਜੇ ਇੱਕ ਮਾਂ ਦੇ ਮਨ ਵਿੱਚ ਮੋਹ ਨਾ ਹੋਵੇ, ਉਹ ਬੱਚੇ ਦੀ ਪਾਲਣਾ ਕਿਵੇਂ ਕਰੇਗੀ, ਪਰਵਰਿਸ਼ ਕਿਵੇਂ ਕਰੇਗੀ? ਮੋਹ ਕਰਕੇ ਹੀ ਬੱਚਿਆਂ ਨੂੰ ਪਾਲਿਆ ਜਾਂਦਾ ਹੈ। ਔਰ ਗੁਰਮਤਿ ਦੇ ਅੰਦਰ ਪਾਤਸ਼ਾਹ ਨੇ ਸਮਝਾਇਆ, ਭਾਈ ਜਦੋਂ ਇਹ ਮੋਹ, ਕ੍ਰੋਧ, ਲੋਭ, ਇਹ ਪੰਜ ਵਿਕਾਰ ਆਪਣੀ ਹੱਦ ਤੋਂ ਬਾਹਰ ਜਾਣ ਲੱਗ ਜਾਣ, ਫਿਰ ਤੇਰੇ ਜੀਵਨ ਵਾਸਤੇ ਖਤਰਨਾਕ ਹਨ। ਤਾਂ ਸਤਿਗੁਰ ਜੀ ਬਖਸ਼ਿਸ਼ ਕਰਦੇ, ਹੇ ਅਕਾਲ ਪੁਰਖ ਸਿਰਜਣਹਾਰ, ਤੁਸੀਂ ਧੰਨ ਹੋ। ਸੰਸਾਰ ਨੂੰ ਸਿਰਜ ਕੇ ਸਭ ਨੂੰ ਤੁਸੀਂ ਮੋਹ ਦੇ ਧੰਦੇ ਵਿੱਚ ਲਾਇਆ ਹੋਇਆ, ਮਾਇਆ ਦੇ ਧੰਦੇ ਵਿੱਚ ਜੋੜਿਆ ਹੋਇਆ ਹੈ। ਮੋਹਲਤ ਪੁੰਨੀ ਪਾਈ ਪਰੀ
ਜਾਨੀੜਾ ਘਤ ਚਲਾਇਆ। ਜਦੋਂ ਜੀਵ ਨੂੰ ਜਨਮ ਦਿੱਤਾ, ਨਾਲ ਹੀ ਪਰਮਾਤਮਾ ਵਾਹਿਗੁਰੂ ਜੀ ਨੇ ਸੰਸਾਰ ਵਿੱਚੋਂ ਇਹਦੇ ਜਾਣ ਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ। ਅਕਾਲ ਪੁਰਖ ਨੇ ਭੇਜਣ ਤੋਂ ਪਹਿਲਾਂ, ਜੀਵਨ ਸਿਰਜਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਮੌਤ ਲਿਖੀ ਹੈ, ਜਾਣ ਦਾ ਸਮਾਂ ਪਹਿਲਾਂ, ਬਾਕੀ ਜੀਵਨ ਬਾਅਦ ਵਿੱਚ। ਮਰਨ ਲਿਖਾਏ ਮੰਡਲ ਮੈਂ ਆਏ, ਜੀਵਨ ਸਾਜੈ ਮਾਈ, ਬਾਅਦ ਵਿੱਚ ਪੂਰਾ ਜੀਵਨ ਲਿਖਿਆ। ਸਾਧ ਸੰਗਤ ਇਹ ਜ਼ਰੂਰੀ ਸੀ। ਕਿਉਂ? ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਕੋਈ ਬੰਦਾ ਕਰੋੜ ਰੁਪਈਆ ਲਾ ਕੇ ਕੋਠੀ ਬਣਾਏ, ਜਦੋਂ ਉਹ ਕਿਸੇ ਨਕਸ਼ਾ ਨਵੀਸ਼ ਨੂੰ, ਕਿਸੇ ਇੰਜੀਨੀਅਰ ਨੂੰ, ਆਰਕੀਟੈਕਟ ਨੂੰ ਸੱਦਦਾ ਹੈ, ਤਾਂ ਉਹ ਨਕਸ਼ਾ ਬਣਾਉਣ ਲੱਗਿਆਂ ਪਹਿਲਾਂ ਇਸ ਗੱਲ ਦਾ ਖਿਆਲ ਰੱਖਦਾ ਘਰ ਦੀ ਵੇਸਟੇਜ, ਪਾਣੀ ਦਾ ਨਿਕਾਸ ਕਿੱਧਰ ਹੋਣਾ, ਕਿਉਂਕਿ ਤੁਹਾਡਾ ਲੱਗਿਆ ਹੋਇਆ ਲੱਖਾਂ ਕਰੋੜਾਂ ਰੁਪਈਆ ਵਿਅਰਥ ਜਾ ਸਕਦਾ ਹੈ ਜੇ ਉਹਦੇ ਵਿਚਲੇ ਪਾਣੀ ਦਾ ਨਿਕਾਸ ਨਹੀਂ। ਏਦਾਂ ਇਹ ਜੀਵਨ ਦੀ ਕੋਠੜੀ ਸਿਰਜਣ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਨਿਕਾਸ ਪਹਿਲਾਂ ਰੱਖਿਆ। ਇਹਨੇ ਜਾਣਾ ਕਦੋਂ ਹੈ? ਇੱਥੋਂ ਤੱਕ ਸੋਠ ਰਾਗ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ, ਕਹਿੰਦੇ ਭਾਈ ਰੱਬ ਨੇ ਤਾਂ ਮਰਨਾ ਜ਼ਰੂਰੀ ਕਰਤਾ, ਉਹ ਜ਼ਰੂਰੀ ਸੀ ਇਸ ਲਈ ਕੀਤਾ। ਮੌਤ ਵੀ ਜ਼ਰੂਰੀ ਹੈ, ਧਰਤੀ ਤੋਂ ਜਾਣਾ ਵੀ ਜ਼ਰੂਰੀ ਹੈ। ਸਭਨਾ ਮਰਨਾ ਆਇਆ, ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ, ਅੱਗੇ ਮਿਲਣ ਕੇ ਨਾ। ਸਭਨਾ ਮਰਨਾ ਆਇਆ ਦਾ ਅਰਥ ਵਿਦਵਾਨਾਂ ਨੇ ਕੀਤਾ ਜ਼ਰੂਰੀ। ਕਹਿੰਦੇ ਭਾਈ ਲਾਜ਼ਮੀ ਹੈ ਦੁਨੀਆ ਵਿੱਚ ਮੌਤ। ਕਿਉਂ? ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਘਰ ਵਿੱਚ ਇੱਕ ਬਜ਼ੁਰਗ ਮੰਜੇ ਤੇ ਪੈ ਜਾਏ, ਘਰ ਦੇ 5-7 ਜੀਆਂ ਤੋਂ ਉਹਦੀ ਸੇਵਾ ਕਰਨੀ ਔਖੀ ਹੋ ਜਾਂਦੀ। 5-7 ਪਰਿਵਾਰ ਦੇ ਮੈਂਬਰ ਅੱਕ ਜਾਂਦੇ ਨੇ, 2-4-6 ਮਹੀਨੇ, ਸਾਲ, 5 ਸਾਲ, ਅਖੀਰ ਬੰਦਾ ਅੱਕ ਜਾਂਦਾ। ਇੱਕ ਬਜ਼ੁਰਗ ਦੀ ਸੇਵਾ ਕਰਨੀ ਮੰਜੇ ਤੇ ਪਿਆ ਔਖਾ ਹੈ। ਸਾਧ ਸੰਗਤ, ਕਿਸੇ ਦੀ ਮੌਤ ਹੀ ਨਾ ਹੋਵੇ ਤਾਂ ਕਿੰਨੇ ਬਜ਼ੁਰਗ ਬਿਮਾਰ ਸਰੀਰ ਪਏ ਹੋਣਗੇ ਪਰਿਵਾਰਾਂ 'ਚ। ਇਹ ਦੁਨੀਆ ਦਾ ਨਰਕ ਬਣ ਜਾਏਗੀ। ਇਸ ਲਈ ਅਕਾਲ ਪੁਰਖ ਨੇ ਜ਼ਰੂਰੀ ਕਰ ਦਿੱਤਾ, ਸਭਨਾ ਮਰਨਾ ਆਇਆ। ਪਾਤਸ਼ਾਹ ਅੱਜ ਸਾਨੂੰ ਉਸ ਗੱਲ ਦੀ ਯਾਦ ਕਰਾਉਂਦੇ ਕਿ ਭਾਈ ਇਹ ਮੁਹਲਤ ਤੈਨੂੰ ਮੌਕਾ ਮਿਲਿਆ ਹੋਇਆ। ਸਵਾਸਾਂ ਰੂਪੀ ਮਹਾਰਾਜ ਜੀਆਂ ਨੇ ਪਿਆਲੀ ਭਰ ਦਿੱਤੀ ਹੈ, ਤੇ ਜਦੋਂ ਉਹ ਪੂਰੀ ਇਸ ਤਰ੍ਹਾਂ ਮੁੱਕ ਜਾਏਗੀ, ਤਦੋਂ ਇਸ ਅੰਦਰ ਦੀ ਜਿੰਦ ਨੂੰ, ਜਾਨੀ ਅੜੇ ਨੂੰ ਬੜੇ ਪਿਆਰ ਨਾਲ ਕਹਿੰਦੇ ਘੱਤ ਚਲਾਇਆ। ਅਕਾਲ ਪੁਰਖ ਦੇ ਹੁਕਮ ਵਿੱਚ ਇਹਨੂੰ ਅੱਗੇ ਲਾ ਕੇ ਫਿਰ ਤੋਰ ਲਿਆ ਜਾਏਗਾ। ਜਾਨੀ ਘੱਤ ਚਲਾਇਆ, ਲਿਖਿਆ ਆਇਆ, ਰੁੰਨੇ ਵੀਰ ਸੁਬਾਏ। ਕਹਿੰਦੇ ਭਾਈ ਜੋ ਇਸ ਜਿੰਦ ਨੂੰ, ਜਾਨੀ ਅੜੇ ਨੂੰ ਅਕਾਲ ਪੁਰਖ ਦੇ ਹੁਕਮ ਵਿੱਚ ਰੱਬ ਦੇ ਦੂਤਾਂ ਨੇ ਤੋਰ ਲਿਆ, ਸਰੀਰ ਤੋਂ ਕੱਢ ਕੇ ਚੱਲ ਬਈ ਹੁਣ ਤੇਰਾ ਮੁਹਲਤ ਭਾਵ ਵਕਤ ਖਤਮ ਹੋ ਗਿਆ। ਤਾਂ ਕਹਿੰਦੇ ਜੋ ਲਿਖਿਆ ਸੀ ਉਹਦੇ ਮੁਤਾਬਕ ਹੋਇਆ। ਰੁੰਨੇ ਵੀਰ ਸਬਾਏ, ਮੋਹ ਦੀਆਂ ਤੰਦਾਂ ਕਰਕੇ ਮਾਂ ਪਿਓ ਭੈਣ ਭਾਈ ਸੱਜਣ ਮਿੱਤਰ ਫਿਰ ਉਹਦੀ ਲਾਸ਼ ਉੱਤੇ, ਸਰੀਰ ਉੱਤੇ ਰੋਂਦੇ, ਬਹੁਤ ਬਹਿਣ ਪਾਉਂਦੇ, ਵਿਰਲਾਪ ਕਰਦੇ, ਕਿਉਂਕਿ ਅਕਾਲ ਪੁਰਖ ਨੇ ਮੋਹ ਵਿੱਚ ਬੰਨਿਆ ਹੋਇਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਬਾਬੀ ਵੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ, ਸੱਤਵੇਂ ਸੰਜ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉੱਬੇ ਸਾਹ, 10ਵੇਂ ਦੱਦਾ ਹੋਆ ਸਵਾ, ਗਏ ਸੰਗੀਤ ਪੁਕਾਰੀ ਧਾ, ਉਡਿਆ ਹੰਸ ਦਸਾਏ ਰਾਹ। ਸਰੀਰ ਰਹਿ ਜਾਂਦਾ ਹੈ, ਅੰਦਰ ਦੀ ਜਿੰਦ, ਹੰਸ ਕਿੱਧਰ ਚਲਾ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ। ਤਾਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਬਾਅਦ ਵਿੱਚ ਜੁੜੇ ਹੋਏ ਮੋਹ ਕਰਕੇ ਸਰੀਰ ਫਿਰ ਸੱਜਣ ਮਿੱਤਰ ਰੋਂਦੇ ਹਨ। ਕਾਇਆ ਹੰਸ ਥੀਆ ਵਿਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਕਹਿੰਦੇ ਕਾਇਆ ਤੇ ਹੰਸ ਭਾਵ ਆਤਮਾ ਦੋਵਾਂ ਦਾ ਆਪਸ ਵਿੱਚ ਵਿਛੋੜਾ ਪੈ ਗਿਆ। ਜੀਵ ਆਤਮਾ ਨੂੰ ਮਹਾਰਾਜ ਜੀਆਂ ਨੇ ਹੰਸ ਕਿਹਾ। ਕਹਿੰਦੇ ਜਦੋਂ ਦਿਨ ਪੁੰਨੇ ਮੇਰੀ ਮਾਏ, ਭਾਵ ਲਿਖੇ ਹੋਏ ਦਿਨ ਪੂਰੇ ਹੋ ਗਏ, ਉਦੋਂ ਡੈਫੀਨਿਟ ਸਰੀਰ ਵਿੱਚੋਂ ਜਿੰਦ ਨੂੰ, ਆਤਮਾ ਨੂੰ ਜਾਣਾ ਪਏਗਾ। ਉਦੋਂ ਦੁਨੀਆ ਦੀ ਕੋਈ ਤਾਕਤ, ਸਿਆਣਪ, ਬਲ ਇਹਨੂੰ ਸਰੀਰ ਵਿੱਚੋਂ ਜਿੰਦ ਨੂੰ ਜਾਣ ਤੋਂ ਰੋਕ ਨਹੀਂ ਸਕਦੀ। ਉਹਦੇ ਬਾਰੇ ਮਹਾਰਾਜ ਜੀਆਂ ਨੇ ਬਾਣੀ ਵਿੱਚ ਬਹੁਤ ਸੁੰਦਰ ਬਚਨ ਕਹੇ। ਕਹਿੰਦੇ ਭਾਈ ਵੱਧ ਤੋਂ ਵੱਧ ਲੋਕ ਸਰੀਰ ਨਾਲ ਵਿਰਲਾਪ ਕਰ ਸਕਦੇ ਮਰਨ ਤੋਂ ਬਾਅਦ। ਇਹ ਹੰਸ ਨੂੰ ਸਰੀਰ ਚੋਂ ਜਾਣ ਤੋਂ ਰੋਕ ਨਹੀਂ ਕੋਈ ਸਕਦਾ। ਇਹ ਤਾਂ ਉੱਡਿਆ ਹੰਸ ਦਸਾਏ ਰਾਹ।
ਦੇਹਲੀ ਬੈਠੀ ਮਾਤਾ ਰੋਵੇ, ਖੱਟੀਆਂ ਲੈ ਗਏ ਭਾਈ। ਸਭ ਤੋਂ ਵੱਧ ਮਾਂ ਨੂੰ ਮੋਹ ਹੁੰਦਾ ਹੈ, ਉਹ ਘਰ ਦੇ ਦਰਵਾਜ਼ੇ ਤੱਕ ਮਸਾਂ ਤੁਰ ਕੇ ਜਾਂਦੀ ਹੈ। ਅਰਥੀ ਦੇ ਮਗਰ ਉਹ ਦਰਵਾਜ਼ੇ ਤੱਕ, ਗਲੀ ਤੱਕ ਰੋ ਸਕੇਗੀ, ਇਸ ਤੋਂ ਅੱਗੇ ਉਹਦੇ ਲਈ ਔਖਾ ਹੋ ਜਾਂਦਾ ਹੈ। ਤੇ ਅੱਗੇ ਫਿਰ ਮਹਾਰਾਜ ਨੇ ਬਚਨ ਕਹਿੰਦੇ ਭਾਈ ਸਭ ਤੋਂ ਹੋਰ ਨੇੜੇ ਦਾ ਰਿਸ਼ਤਾ ਪਤਨੀ ਦਾ। ਉਹ ਫਿਰ ਦੁਖੀ ਹੋ ਕੇ ਵਿਰਲਾਪ ਕਰੇਗੀ, ਕੇਸ ਬਾਲ ਖੁੱਲੇ ਵਿਰਲਾਪ ਕਰਦੀ ਹੈ, ਰੋਂਦੀ ਹੈ, ਕੁਰਲਾਉਂਦੀ ਹੈ। ਤਾਂ ਪਰ ਇਹ ਹੰਸ ਜਿਹੜਾ ਹੈ ਉਹਨੂੰ ਕੱਲੇ ਨੂੰ ਜਾਣਾ ਪੈਂਦਾ ਹੈ। ਰੋ ਸਕਦੇ ਨੇ, ਨਾਲ ਨਹੀਂ ਕੋ ਜਾ ਸਕਦੇ। ਦੇਹਨੀ ਬੈਠੀ ਮਾਤਾ ਰੋਵੇ, ਖੱਟੀਆਂ ਲੈ ਗਏ ਭਾਈ। ਲੜ ਛਟਕਾਏ ਤੇਰੀਆਂ ਰੋਵੇ, ਹੰਸ ਅਕੇਲਾ ਜਾਈ। ਅੱਜ ਹਜ਼ੂਰ ਨੇ ਕਿਹਾ ਕਾਇਆ ਹੰਸ ਥੀ ਆਵੇ ਛੋੜਾ। ਇੱਕ ਸ਼ਬਦ ਮੈਂ ਤੁਹਾਨੂੰ ਸ਼ਰਵਣ ਕਰਵਾਵਾਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਰੂ ਰਾਗ ਅੰਦਰ ਕਿਹਾ, ਕਹਿੰਦੇ ਆਤਮਾ ਤੇ ਸਰੀਰ ਦੀ ਗੱਲ ਹੋਈ। ਸਰੀਰ ਨੇ ਆਤਮਾ ਨੂੰ ਕਿਹਾ, ਇਹ ਆਤਮਾ ਹੰਸ ਥੋੜੇ ਸਾਲ ਨਾ ਜਾਈ, ਮੇਰੇ ਕੰਮ ਰਹਿੰਦੇ ਨੇ ਅਜੇ, ਮੇਰੇ ਨਾਲ ਵਾਅਦਾ ਕਰ ਥੋੜੇ ਕੁ ਸਾਲ ਹੋਰ, ਕਿਉਂਕਿ ਅਜੇ ਥੋੜੇ ਕੰਮ ਅਧੂਰੇ ਨੇ। ਸਾਧ ਸੰਗਤ ਇਹ ਤਾਂ ਸੱਚ ਹੈ, ਬੰਦੇ ਦੇ ਕੰਮ ਨਹੀਂ ਮੁੱਕ ਸਕਦੇ, ਉਮਰ ਭਾਵੇਂ ਜਿੰਨੀ ਉਹਦੀ ਮਰਜ਼ੀ ਵੱਧ ਜਾਏ। ਤਾਂ ਕਹਿੰਦੇ ਜਦੋਂ ਸਰੀਰ ਨੇ ਆਤਮਾ ਨੂੰ ਕਿਹਾ, ਆਤਮਾ ਨੇ ਫਿਰ ਜਵਾਬ ਦਿੱਤਾ, ਸਰੀਰ ਮੈਂ ਕਿਸੇ ਬੰਦੇ ਦੇ ਹੁਕਮ ਵਿੱਚ ਥੋੜੀ ਹੈ, ਤੇਰੇ ਸਰੀਰ ਵਿੱਚ ਮੈਂ ਤੇਰੇ ਵਿੱਚ ਹੁਕਮ ਅਕਾਲ ਪੁਰਖ ਦੇ ਹੁਕਮ ਨਾਲ ਹੈ, ਕਿਸੇ ਬੰਦੇ ਦੇ ਹੁਕਮ ਨਾਲ ਨਹੀਂ। ਉਹਨੇ ਪਾਇਆ ਸੀ, ਸਰੀਰ ਮਾਤਾ ਪਿਤਾ ਤੋਂ ਬਣਿਆ, ਜਿੰਦ ਆਤਮਾ ਅਕਾਲ ਪੁਰਖ ਨੇ ਹੁਕਮ ਵਿੱਚ ਪਾਈ। ਜਿੱਦਣ ਉਹਨੇ ਹੁਕਮ ਲਿਖਿਆ ਪੂਰਾ ਹੋਣਾ, ਉਦਣ ਆਪਣੇ ਆਪ ਜਾਣਾ ਪਏਗਾ, ਮੇਰੇ ਵੱਸ ਦੀ ਗੱਲ ਨਹੀਂ। ਤਾਂ ਪਾਤਸ਼ਾਹ ਨੇ ਉੱਥੇ ਬਚਨ ਕਹੇ, ਸੰਵਾਦ ਕਰਾਇਆ ਸਰੀਰ ਤੇ ਹੰਸ ਆਤਮਾ ਦਾ। ਇਹ ਸ਼ਬਦ ਸ਼ੁਰੂ ਹੁੰਦਾ ਹੈ ਮਾਰੂ ਮਹੱਲਾ ਪੰਜਵਾਂ। ਸੰਗੀ ਜੋਗੀ ਨਾਰ ਲਪਟਾਣੀ, ਉਰਜ ਰਹੀ ਰੰਗ ਰਸ ਮਾਣੀ। ਕਿਰਤ ਸੰਜੋਗੀ ਭਏ ਇਕੱਤਰਾ ਕਰਤੇ ਭੋਗ ਵਿਲਾਸਾ ਹੈ। ਉੱਥੇ ਸਰੀਰ ਨੇ ਕਿਹਾ ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰਿਆ ਸੁਖ ਵਾਸੀ ਬਾਲ ਗੋਪਾਲੇ। ਤੁਝੇ ਬਿਨਾ ਹੋ ਕਿਤ ਹੀ ਨਾ ਲਿਖੈ। ਸਰੀਰ ਕਹਿੰਦਾ ਆਤਮਾ ਤੇਰੇ ਤੋਂ ਬਗੈਰ ਮੈਂ ਕਿਸੇ ਗਿਣਤੀ ਚ ਨਹੀਂ। ਜੇ ਸਰੀਰ ਵਿੱਚ ਜਿੰਦ ਆਤਮਾ ਹੈ, ਇਹ ਸਰੀਰ ਕਿਸੇ ਦਾ ਪਿਓ ਭੈਣ ਭਰਾ ਮਾਂ ਪਿਓ ਇਹ ਤਾਂ ਹੈ। ਜੇ ਜਿੰਦ ਆਤਮਾ, ਸਾਧ ਸੰਗਤ ਜਿੰਦ ਨਿਕਲਣ ਤੋਂ ਬਾਅਦ ਸਰੀਰ ਦਾ ਕੋਈ ਰਿਸ਼ਤਾ ਨਹੀਂ। ਇਹਨੂੰ ਘਰ ਵਿੱਚ ਥੋੜੇ ਘੰਟੇ ਵੀ ਨਹੀਂ ਕੋਈ ਰੱਖਦਾ। ਜੇ ਰਾਤ ਰੱਖਣਾ ਪੈ ਜਾਏ, ਹੁਣ ਤਾਂ ਲੋਕ ਜਮਾ ਕਰਾ ਦਿੰਦੇ। ਸਰੀਰ ਦਾ ਕੋਈ ਸੰਬੰਧ ਨਹੀਂ ਸੰਸਾਰ। ਉਹ ਉਨੀ ਦੇਰ ਹੈ ਜਿੰਨੀ ਦੇਰ ਆਤਮਾ ਵਿੱਚ ਹੈ। ਫਿਰ ਭੈਣ ਹਾਂ, ਭਰਾ ਹਾਂ, ਮਾਂ ਪਿਓ ਹਾਂ, ਸੰਸਾਰ ਦੇ ਪੁੱਤਰ ਧੀਆਂ ਰਿਸ਼ਤੇ ਨੇ। ਜਿੰਦ ਨਿਕਲ ਜਾਏ, ਸਰੀਰ ਦੇ ਸੰਬੰਧ ਮੁੱਕ ਜਾਂਦੇ ਨੇ। ਫਿਰ ਕਹਿੰਦੇ ਸਰੀਰ ਨੇ ਕਿਹਾ ਤੁਝੇ ਬਿਨਾ ਹੋ ਕਿਤ ਹੀ ਨਾ ਲਿਖੈ। ਆਤਮਾ ਤੇਰੇ ਤੋਂ ਬਗੈਰ ਮੈਨੂੰ ਕਿਹਨੇ ਪੁੱਛਣਾ? ਇਹਨਾਂ ਚੁੱਕ ਕੇ ਸ਼ਮਸ਼ਾਨ ਘਾਟ ਵਿੱਚ ਸਾੜ ਦੇਣਾ। ਬਚਨ ਦੇ, ਮੇਰੇ ਨਾਲ ਵਾਅਦਾ ਕਰ, ਪ੍ਰੋਮਿਸ ਕਰ, ਛੋੜ ਨਾ ਜਾਸਾ ਹੈ, ਥੋੜੇ ਸਾਲ ਕੰਮ ਨੇ ਛੱਡ ਕੇ ਨਾ ਜਾਈ। ਤੇ ਜਿੰਦ ਨੇ ਕੀ ਕਿਹਾ? ਕਹਿੰਦੇ ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਜਿਚਰ ਰੱਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਉਠ ਸਿੰਦਾਸਾ ਹੈ। ਜਦੋਂ ਉਹਨੇ ਸੱਦਾ ਦੇਣਾ ਉਦੋਂ ਹਰ ਹਾਲਤ ਵਿੱਚ ਜਾਣਾ ਪੈਣਾ। ਇਸ ਲਈ ਕਾਇਆ ਹੰਸ ਥੀਆ ਵਿਛੋੜਾ। ਕਦੋਂ? ਜਦ ਦਿਨ ਪੁੰਨੇ ਮੇਰੀ ਮਾਏ। ਜਦੋਂ ਉਹ ਦਿਨ ਪੂਰੇ ਹੋ ਗਏ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਲਿਖੇ। ਹੁਣ ਇੱਕ ਬੇਨਤੀ ਹੋਰ ਆਪਣੇ ਕੰਮ ਆਏਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜੋ। ਇੱਕੋ ਓੰਕਾਰ ਤੋਂ 18 10 20 1430 ਅੰਗ। ਸਭ ਤੋਂ ਵੱਧ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਨਾਮ ਸਿਮਰਨ ਤੇ, ਭਗਤੀ ਤੇ, ਬੰਦਗੀ ਤੇ। ਬਾਰ-ਬਾਰ ਪਾਤਸ਼ਾਹ ਦੀ ਬਾਣੀ ਵਿੱਚ ਆਏਗਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੋੜ ਗਾਲੀ ਹੋਸ਼ੀ। ਨਾਮ ਦੀ ਵਡਿਆਈ ਕਿ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ। ਸਭ ਤੋਂ ਵੱਧ ਨਾਮ ਸਿਮਰਨ ਦੀ ਵਡਿਆਈ। ਤੇ 2 ਨੰਬਰ ਉੱਤੇ ਬਾਣੀ ਪੜਿਓ। ਸਭ ਤੋਂ ਵੱਧ ਮਹਾਰਾਜ ਜੀਆਂ ਨੇ ਬਾਣੀ ਫਿਰ ਮੌਤ ਉੱਤੇ ਉਚਾਰਨ ਕੀਤੀ। ਨਾਮ ਤੋਂ ਬਾਅਦ, ਭਗਤੀ ਤੋਂ ਬਾਅਦ ਜੇ ਗੱਲ ਕੀਤੀ ਸਭ ਤੋਂ ਵੱਧ ਮੌਤ ਦੀ। ਕਿਉਂ? ਮੌਤ ਇੱਕੋ ਅਸਲੀਅਤ ਹੈ ਜਿੱਤੋਂ ਸਿੱਖ ਨੂੰ ਜਾਣੂ ਕਰਾਉਣਾ ਜ਼ਰੂਰੀ ਸੀ। ਉਹਦਾ ਰੀਜ਼ਨ ਕਾਰਨ ਇੱਕ ਹੈ। ਸਾਧ ਸੰਗਤ ਤਜਰਬਾ ਕਰਕੇ ਵੇਖਿਓ, ਕਿਸੇ ਬੰਦੇ ਨੂੰ ਮੌਤ ਚੇਤੇ ਆ ਜਾਏ ਨਾਲ ਹੀ ਰੱਬ ਦਾ ਨਾਮ ਚੇਤੇ ਆਉਂਦਾ। ਰਾਹ ਜਾਂਦੇ ਆ ਕਿਸੇ ਦਾ ਕੋਈ ਐਕਸੀਡੈਂਟ ਮੌਤ ਵੇਖ ਲਓ, ਤੁਹਾਨੂੰ 5-7 ਮਿੰਟ ਲਈ ਦੁਨੀਆ ਭੁੱਲ ਜਾਏਗੀ।
ਜਿਹੜੇ ਬੰਦੇ ਨੇ ਕਦੇ ਗੁਰਦੁਆਰੇ ਮੰਦਰ ਮਸਜਿਦ ਨਹੀਂ ਗਿਆ, ਜਿਹਨੇ ਰੱਬ ਦਾ ਕਦੇ ਨਾਮ ਨਹੀਂ ਜਪਿਆ, ਉਹ ਰਾਹ ਜਾਂਦਿਆਂ ਕਿਸੇ ਦੀ ਮੌਤ ਵੇਖ ਲੈ 5-7 ਮਿੰਟ ਲਈ ਦੁਨੀਆ ਦੇ ਫੁਰਨੇ ਉਹਦੇ ਅੰਦਰੋਂ ਵੀ ਰੁਕ ਜਾਂਦੇ ਨੇ। ਇਸ ਲਈ ਪਾਤਸ਼ਾਹ ਨੇ ਕਿਹਾ, ਭਾਈ ਮੌਤ ਨੂੰ ਰੋਜ਼ ਚੇਤੇ ਕਰ ਲਿਆ ਕਰ, ਤੈਨੂੰ ਨਾਮ ਚੇਤੇ ਆਏਗਾ। ਜਿਹਨੂੰ ਵਾਹਿਗੁਰੂ ਦਾ ਨਾਮ ਯਾਦ ਆਉਂਦਾ, ਉਹ ਜਪਿਆ ਹੋਇਆ ਨਾਮ ਤੇਰਾ ਲੋਕ ਤੇ ਪਰਲੋਕ ਸੁਹਿਲਾ ਕਰ ਦੇਗਾ। ਇਸੇ ਲਈ ਪਾਤਸ਼ਾਹ ਨੇ ਕਿਹਾ, ਕਿਆ ਜਾਣਾ ਕਿ ਮਰਾਂਗੇ, ਇਹ ਤੇ ਪਤਾ ਨਹੀਂ ਕਦੋਂ, ਕਿੱਥੇ, ਕਿਵੇਂ, ਕਿਸ ਤਰ੍ਹਾਂ ਕਿਸੇ ਦੀ ਮੌਤ ਲਿਖੀ ਹੈ, ਪਰ ਇੰਨਾ ਜ਼ਰੂਰ ਪੱਕਾ ਵਾਅਦਾ ਹੈ ਗੁਰੂ ਦਾ, ਭਾਈ ਨਾਮ ਜਪ ਲਈ ਜਾਂ ਤੇਰਾ ਮਰਨਾ ਸੁਹਿਲਾ ਹੋ ਜਾਏਗਾ। ਨਿਸ਼ਚਿਤ ਕੀਤੇ ਸਮੇਂ ਦਾ, ਕਾਰਨ ਦਾ ਕੋਈ ਪਤਾ ਨਹੀਂ, ਪਰ ਇਸ ਗੱਲ ਦੀ ਗਰੰਟੀ ਗੁਰੂ ਨੇ ਦਿੱਤੀ, ਉਹ ਸਿੱਖਾ ਨਾਮ ਜਪ ਲਈ ਤੇਰਾ ਸਭ ਕੁਝ ਸੁਹਿਲਾ ਹੋ ਜਾਏਗਾ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਹੁਣ ਇਹਨੂੰ ਥੋੜਾ ਜਿਹਾ ਅਧਿਆਤਮ ਵਿੱਚ ਹੋਰ ਸੋਚਿਓ। ਗੁਰੂ ਸਿੱਖ ਨੂੰ ਮ੍ਰਿਤਿੂ ਦਿੰਦਾ ਹੈ, ਮੌਤ ਦਿੰਦਾ ਹੈ, ਪਰ ਸਾਧ ਸੰਗਤ ਉਹ ਯਕਲਕਤ ਇੱਕਦਮ ਨਹੀਂ, ਕਿਉਂਕਿ ਯਕਦਮ ਜਿਹੜੀ ਅਧਿਆਤਮ ਵਿੱਚ ਕਿਸੇ ਦੀ ਮੌਤ ਹੈ, ਮਾਫ ਕਰਿਓ, ਉਹ ਆਤਮ ਹੱਤਿਆ ਹੋ ਸਕਦੀ। ਹਾਂ, ਕਿਸੇ ਕੋਰੋਨਾ ਤੋਂ ਬਾਅਦ ਇੱਕ ਨਾਲ ਘਟਨਾ ਘਟਦੀ ਹੈ, ਉਹ ਵੀ ਉਹਦੇ ਨਾਲ ਜਿਹੜਾ ਬਿਲਕੁਲ ਤਿਆਰ ਪਰ ਤਿਆਰ ਹੋ ਕੇ ਗੁਰੂ ਕੋਲ ਆਉਂਦਾ ਹੈ, ਜਿਹੜਾ ਮਰਨ ਨੂੰ ਬਿਲਕੁਲ ਤਿਆਰ ਹੈ, ਉਹਨੂੰ ਗੁਰੂ ਉਸੇ ਵਕਤ ਉਹਦੇ ਅੰਦਰ ਦਾ ਸਭ ਕੁਝ ਮਾਰ ਦਿੰਦਾ। ਗੁਰੂ ਦਾ ਅਰਥ ਹੀ ਇਹ ਹੈ, ਅੰਧਕਾਰ ਨੂੰ ਨਾਸ਼ ਕਰਕੇ ਚਾਨਣ ਦਾ ਪ੍ਰਕਾਸ਼ ਕਰ ਦਿੰਦਾ ਹੈ। ਸਿੱਖ ਗੁਰੂ ਕੋਲ ਆਉਂਦਾ ਹੈ, ਗੁਰੂ ਉਹਨੂੰ ਮ੍ਰਿਤਿੂ ਦਿੰਦਾ ਹੈ, ਉਹਦੇ ਅਤੀਤ ਨੂੰ ਮਾਰ ਦਿੰਦਾ ਹੈ, ਉਹਦਾ ਨਵਾਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਇਸ ਲਈ ਸਾਧ ਸੰਗਤ ਹੁਣ ਉਹ ਗੁਰੂ ਨੇ ਵੇਖਣਾ ਹੈ ਕਿ ਕਿੰਨੇ ਸਾਲ, ਕਿੰਨੇ ਸਮੇਂ ਤੋਂ ਬਾਅਦ ਇਹਨੂੰ ਪੁਨਰ ਅਗਲਾ ਜਨਮ ਭਾਵ ਅਧਿਆਤਮ ਦਾ ਜੀਵਨ ਦੇਣਾ। ਕਈਆਂ ਦੇ ਸਵਾਲ ਆਉਂਦੇ ਨੇ, ਅਜੇ ਮਨ ਨਹੀਂ ਟਿਕਦਾ, ਤੇ ਸਾਧ ਸੰਗਤ ਕਈ ਵਾਰ ਸੁਣਨ ਤੋਂ ਬਾਅਦ ਆਪਣੇ ਆਪ ਉੱਤੇ ਇਹ ਮਨ ਫਿਰ ਹੱਸਦਾ। ਮਨ ਜਿਹੜਾ ਤੇਰੇ ਤੋਂ ਪੁੱਛਦਾ, ਤੂੰ ਆਪਣੇ ਆਪ ਤੋਂ ਪੁੱਛ ਕੇ ਵੇਖ, ਤੂੰ ਅਜੇ ਕਿੱਥੇ ਖਲੋਤਾ ਹੈ, ਕਿਸੇ ਨੂੰ ਕੀ ਜਵਾਬ ਦੇਵੋਗੇ। ਇਸ ਲਈ ਅਸੀਂ ਇਕੱਲੇ ਪ੍ਰਸ਼ਨਾਂ ਦੇ ਉੱਤਰ ਦੇਣ ਤੱਕ ਸੀਮਤ ਨਾ ਰਹੀਏ, ਉਹ ਪ੍ਰਸ਼ਨ ਆਪਣੇ ਆਪ ਤੇ ਲਾਗੂ ਹੋਣਾ ਚਾਹੀਦਾ। ਹਾਂ, ਪ੍ਰਸ਼ਨ ਕਰਨ ਵਾਲਾ ਵੀ ਮਹਾਭਾਰਤ ਦੇ ਅਰਜੁਨ ਵਰਗਾ ਹੋਵੇ ਤੇ ਜਵਾਬ ਦੇਣ ਵਾਲਾ ਵੀ ਕ੍ਰਿਸ਼ਨ ਹੋਵੇ, ਫਿਰ ਕਹਾਣੀ ਤੁਰਦੀ ਹੈ। ਨਹੀਂ ਤੇ ਬਹੁਤਾਤ ਵਿੱਚ ਸਾਡੇ ਪ੍ਰਸ਼ਨ ਦੂਜਿਆਂ ਦੇ ਕੀਤੇ ਹੋਏ ਨੇ, ਸਾਡੇ ਆਪਣੇ ਨਹੀਂ। ਗੁਰੂ ਸਿੱਖ ਨੂੰ ਮ੍ਰਿਤਿੂ ਦਿੰਦਾ ਹੈ, ਪਰ ਉਹ ਵਕਤ ਦੇਖਦਾ ਹੈ, ਕਿੰਨੇ ਸਾਲ ਲੱਗਣਗੇ, ਅਜੇ ਇਹ ਤਿਆਰ ਨਹੀਂ, ਅਜੇ ਇਹ ਵਾਰੋਂ ਆਇਆ, ਪਰ ਮੋਹ ਛੱਡਣ ਲਈ ਤਿਆਰ ਨਹੀਂ। ਅਜੇ ਇਹ ਗੁਰੂ ਕੋਲੋਂ ਅੰਮ੍ਰਿਤ ਮੰਗਦਾ, ਪਰ ਇਹਦੀਆਂ ਅੱਖਾਂ ਵਿੱਚ ਉਹ ਅੰਮ੍ਰਿਤ ਨਹੀਂ। ਗੁਰੂ ਨੇ ਅੰਮ੍ਰਿਤ ਦੇ ਜਲ ਦੇ ਛੱਟੇ ਪਾ ਦਿੱਤੇ ਨੇ, ਪਰ ਸਿੱਖਾ ਅਜੇ ਤੇਰੀਆਂ ਅੱਖਾਂ ਵਿੱਚ ਜ਼ਹਿਰ ਹੈ। ਉਹ ਗੁਰੂ ਨੇ ਹੁਣ ਸਹਿਜੇ ਸਹਿਜੇ ਵਕਤ ਆਏਗਾ, ਫਿਰ ਗੁਰੂ ਤਲਵਾਰ ਨਾਲ, ਕਿਰਪਾਨ ਨਾਲ ਨਹੀਂ, ਸ਼ਬਦ ਤੇ ਸਿਧਾਂਤ ਨਾਲ ਉਹਨੂੰ ਮਾਰਦਾ। ਉਹ ਬਹੁਤ ਪ੍ਰਮੁੱਖ 80,000 ਦੇ ਇਕੱਠ ਵਿੱਚੋਂ 5 ਸਨ ਜਿਨ੍ਹਾਂ ਨੂੰ ਗੁਰੂ ਨੇ ਉਸੇ ਵਕਤ ਕਿਰਪਾਨ ਨਾਲ ਸੀਸ ਮੰਗਿਆ, ਬਾਕੀਆਂ ਕੋਲੋਂ ਨਹੀਂ। ਸਾਧ ਸੰਗਤ, ਬਾਕੀਆਂ ਦੀ ਮ੍ਰਿਤਿੂ ਵਾਸਤੇ, ਪੁਨਰ ਜੀਵਨ ਵਾਸਤੇ, ਆਤਮਿਕ ਜੀਵਨ ਵਾਸਤੇ ਸ਼ਬਦ ਤੇ ਸਿਧਾਂਤ ਦਿੱਤਾ ਹੈ। ਆਹ ਗੁਰੂ ਦੀ ਰਹਿਤ, ਗੁਰੂ ਦੇ ਸਿਧਾਂਤ ਨੂੰ ਕਮਾਓ, ਸਹਿਜੇ ਸਹਿਜੇ ਅਤੀਤ ਮਰ ਜਾਏਗਾ, ਨਵਾਂ ਜੀਵਨ ਸ਼ੁਰੂ ਹੋ ਜਾਏਗਾ। ਸਹਿਜੇ ਸਹਿਜੇ, ਕਿਉਂਕਿ ਯਕਲਕਤ ਨਹੀਂ। ਯਕਲਕਤ ਕਿਸੇ ਨੂੰ ਮਰਦਿਆਂ ਵੇਖੋ, ਦੂਜੇ ਭੈਭੀਤ ਹੋ ਜਾਣਗੇ। ਤੁਸੀਂ ਇਤਿਹਾਸ ਸੁਣਦੇ ਰਹਿੰਦੇ ਹੋ, 80,000 ਦੇ ਇਕੱਠ ਵਿੱਚੋਂ ਕਲਗੀਧਰ ਪਾਤਸ਼ਾਹ ਨੇ ਸੀਸ ਮੰਗੇ, ਇਤਿਹਾਸ ਲਿਖਿਆ, ਕਈ ਡਰਦਿਆਂ ਭੱਜ ਵੀ ਗਏ ਪਿੱਛੇ ਨੂੰ। ਇਹ ਤੇ ਕਹਾਣੀ ਹੋਰ ਸ਼ੁਰੂ ਹੋ ਗਈ। ਕਹਿੰਦੇ ਨੇ ਇੱਕ ਦੰਦਾਂ ਦੇ ਡਾਕਟਰ ਕੋਲ ਕੋਈ ਬੰਦਾ ਗਿਆ ਤੇ ਉਹਨੇ ਦੰਦ ਉਹਦਾ ਕੱਢ ਦਿੱਤਾ। ਜਦੋਂ ਦੰਦ ਕੱਢਿਆ ਤੇ ਉਹਨੇ ਰੌਲਾ ਬੜਾ ਪਾਇਆ, ਸ਼ੋਰ ਬੜਾ ਮਚਾਇਆ, ਤਕਲੀਫ ਦਾ ਰੌਲਾ ਪਾਉਣ ਲੱਗ ਪਿਆ। ਜਦੋਂ ਉਹਦਾ ਦੰਦ ਕੱਢ ਦਿੱਤਾ, ਡਾਕਟਰ ਨੇ ਬਿੱਲ ਬਣਾਇਆ ਤੇ 8 ਗੁਣਾ ਜ਼ਿਆਦਾ ਬਣਾ ਦਿੱਤਾ। ਹੁਣ ਉਹ ਡਾਕਟਰ ਨੂੰ ਕਹਿੰਦਾ ਜੀ ਪੈਸੇ ਜ਼ਿਆਦਾ ਕਿਉਂ? ਦੰਦ ਕੱਢਣ ਦੇ ਕੋਈ ਇੰਨੇ ਪੈਸੇ ਥੋੜੀ ਲੈਂਦੇ, 8 ਗੁਣਾ ਪੈਸੇ ਵੱਧ ਨੇ। ਤੇ ਡਾਕਟਰ ਨੇ ਕਿਹਾ ਉਹ ਪੈਸੇ ਉਨੇ ਹੀ ਨੇ ਜਿੰਨੇ ਦੰਦ ਕੱਢਣ ਦੇ, ਤੈਨੂੰ ਵੱਧ ਪਤਾ ਕਿਉਂ ਲੱਗੇ ਨੇ? ਤੇਰੇ ਰੌਲੇ ਕਰਕੇ ਜਿਹੜੇ 8 ਮਰੀਜ਼ ਭੱਜ ਗਏ ਨੇ, ਉਹਦੇ ਪੈਸੇ ਵੀ ਤੈਨੂੰ ਲਾਏ ਨੇ। ਇਸ ਲਈ ਸਾਧ ਸੰਗਤ ਯਕਲਕਤ ਕੱਢਣਾ ਕੱਢੇ। ਕਈ ਬੰਦੇ ਡਰ ਸਕਦੇ ਨੇ। ਗੁਰੂ ਸਹਿਜੇ ਸਹਿਜੇ ਸਿਧਾਂਤ ਦੇ ਰਾਹੀਂ ਸਿੱਖ ਨੂੰ ਮ੍ਰਿਤਿੂ ਤੱਕ ਲਿਆਉਂਦਾ, ਅਤੀਤ ਮੁੱਕਦਾ ਜਾਂਦਾ, ਨਵਾਂ ਜੀਵਨ ਸ਼ੁਰੂ ਹੁੰਦਾ। ਸਾਧ ਸੰਗਤ ਉਹ ਨਵੀਨਤਾ ਰੂਪ ਧਾਰਨ ਕਰ ਲੈਂਦਾ। ਸਹਿਜੇ ਸਹਿਜੇ ਗੁਰੂ ਅੰਦਰ ਦੇ ਔਗਣਾਂ ਨੂੰ ਕੱਟਦਾ, ਯਕਲਕਤ ਨਹੀਂ। ਕਿਉਂਕਿ ਤੁਸੀਂ ਯਕਲਕਤ ਆਪਾਂ ਛੱਡਣ ਲਈ ਤਿਆਰ ਹੀ ਨਹੀਂ। ਕੌਣ ਹੈ?
ਜਿਹੜਾ ਅੰਦਰੋਂ ਬਿਲਕੁਲ ਪ੍ਰਪੇਅਰ ਹੋ ਕੇ ਆਇਆ ਅੱਜ ਮੈਂ ਸਭ ਕੁਝ ਛੱਡ ਦੇਣਾ, ਥੋੜਾ ਬਹੁਤਾ ਰੱਖਣ ਦੀ ਕੋਸ਼ਿਸ਼ ਕਰਨੀ। ਇਸ ਲਈ ਗੁਰੂ ਸਿੱਖ ਨੂੰ ਮ੍ਰਿਤਿਉ ਦਿੰਦਾ ਹੈ, ਅਧਿਆਤਮਿਕ ਤੌਰ ਤੇ ਵੀ। ਹੁਣ ਉਹਦੇ ਨਜ਼ਦੀਕ ਲਿਆਉਣ ਲਈ ਪਾਤਸ਼ਾਹ ਨੇ ਬਾਹਰ ਦਾ ਫਾਰਮੂਲਾ ਵਰਤਿਆ। ਹਜ਼ੂਰ ਨੇ ਕਿਹਾ ਪਹਿਲਾਂ ਅਸਲੀਅਤ, ਸਰੀਰ ਦੀ ਅਸਲੀਅਤ ਤੋਂ ਵਾਕਫ ਹੋ ਕਿ ਸਰੀਰ ਸਦਾ ਨਹੀਂ, ਇਹਨੇ ਮਰਨਾ, ਇਹਨੇ ਚਲੇ ਜਾਣਾ। ਇਹ ਨਿਸ਼ਚਿਤ ਕੀਤਾ ਹੋਇਆ ਸਮਾਂ ਪੁੱਗਣ ਤੋਂ ਬਾਅਦ ਸਰੀਰ ਚੋਂ ਆਤਮਾ ਹੰਸ ਚਲੀ ਜਾਏਗੀ। ਪਹਿਲਾਂ ਅਸਲੀਅਤ ਨੂੰ ਸਮਝ। ਜਦੋਂ ਇਹ ਸਮਝੇਗਾ, ਮੌਤ ਚੇਤੇ ਆਉਂਦਿਆਂ, ਕਾਲ ਯਾਦ ਕਰਦਿਆਂ ਤੈਨੂੰ ਅਕਾਲ ਪੁਰਖ ਯਾਦ ਆਏਗਾ। ਜਿਹਨੂੰ ਕਾਲ ਵੇਖ ਕੇ ਅਕਾਲ ਚੇਤੇ ਆਵੇ ਤੇ ਸਾਧ ਸੰਗਤ ਉਹਨੂੰ ਕਾਲ ਦਾ ਦੁੱਖ ਵਿਆਪਣਾ ਹਟ ਜਾਂਦਾ ਹੈ। ਤਾਈਓ ਪਾਤਸ਼ਾਹ ਨੇ ਇੱਕ ਬਚਨ ਕਿਹਾ ਬਾਣੀ ਅੰਦਰ, ਮੁਕਾਮ ਕਰ ਕਰ ਬੈਸਣਾ ਨਿਤ ਚੱਲਣੇ ਕੀ ਧੋਖ, ਮੁਕਤਾ ਮੁਕਾਮ ਤਾਂ ਪਰ ਜਾਣੀਏ ਜਾਂ ਰਹਿ ਨਿਸ਼ਚਲ ਲੋਕ। ਪਾਤਸ਼ਾਹ ਕਹਿੰਦੇ ਨੇ ਭਾਈ ਇਹ ਧੁੱਖ ਹੀ ਰਹਿੰਦੀ ਹੈ, ਮਰ ਨਾ ਜਾਈਏ, ਮਰ ਨਾ ਜਾਈਏ। ਕਾਲ ਦਾ ਡਰ ਰਹਿੰਦਾ, ਇਸ ਲਈ ਕਿਹਾ ਕਾਲ ਪੁਰਖ ਨੂੰ ਜਪ, ਹੁਣ ਤੈਨੂੰ ਡਰ ਨਹੀਂ ਲੱਗੇਗਾ, ਹੁਣ ਤੂੰ ਖੁਸ਼ੀ ਖੁਸ਼ੀ ਇੰਤਜ਼ਾਰ ਕਰੇਗਾ। ਅੱਜ ਪਾਤਸ਼ਾਹ ਨੇ ਬਚਨ ਕਹੇ, ਜਦੋਂ ਉਹ ਦਿਨ ਪੁੰਨਿਆ ਜਾਂਦਾ, ਪੂਰਾ ਹੁੰਦਾ, ਉਦੋਂ ਸਰੀਰ ਕਾਇਆ ਵਿੱਚੋਂ ਹੰਸ ਆਤਮਾ ਚਲਿਆ ਜਾਂਦਾ ਹੈ। ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਨੇ ਜਿਹਾ ਲਿਖਿਆ ਉਹੋ ਜਿਹਾ ਤੂੰ ਪ੍ਰਾਪਤ ਕਰ ਲਿਆ। ਉਹੋ ਜਿਹਾ ਅਕਾਲ ਪੁਰਖ ਵਾਹਿਗੁਰੂ ਜੋ ਪਹਿਲਾਂ ਲਿਖ ਕੇ ਭੇਜਿਆ ਤੂੰ ਕਮਾ ਲਿਆ। ਇੱਕ ਅਰਥ ਇਹ ਨੇ, ਇੱਕ ਪਿਆਰ ਵਾਲੇ ਵਿਦਵਾਨਾਂ ਅਰਥ ਕੀਤੇ ਭਾਈ ਸਰੀਰ ਤੇ ਕਾਇਆ ਜੀਵਨ ਵਿੱਚ ਰਹਿੰਦੇ ਆ। ਜਿਹਾ ਲਿਖਿਆ ਤਿਹਾ ਪਾਇਆ। ਜੋ ਤੂੰ ਸਰੀਰ ਵਿੱਚ ਰਹਿੰਦੇ ਆ ਕਰਮ ਲਿਖ ਲੈ ਨਾ ਆਪ, ਜੋ ਤੂੰ ਕਰਦਾ ਰਿਹਾ ਉਹੀ ਹੁਣ ਤੈਨੂੰ ਪਾਣਾ ਪੈਣਾ। ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਜਿਹਾ ਲਿਖਿਆ ਤਿਹਾ ਪਾਇਆ। ਜਿਹਾ ਪੁਰਬ ਕਮਾਇਆ, ਉਹ ਕਮਾਏ ਹੋਏ ਕਰਮ ਅੱਗੇ ਰੱਬ ਦੀ ਦਰਗਾਹ ਵਿੱਚ ਫਿਰ ਨਾਲ ਜਾਂਦੇ ਹਨ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ। ਇਹ ਅਕਾਲ ਪੁਰਖ ਵਾਹਿਗੁਰੂ ਤੁਸੀਂ ਧੰਨ ਹੋ, ਤੁਸੀਂ ਸੱਚੇ ਸਿਰਜਣਹਾਰ ਹੋ। ਸਾਰੇ ਜਗਤ ਸ੍ਰਿਸ਼ਟੀ ਨੂੰ ਤੁਸੀਂ ਧੰਦੇ ਲਾਇਆ ਹੈ। ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਭਿਆਣਾ। ਹੁਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਮੌਤ ਯਾਦ ਕਰਾ ਕੇ ਅਗਲਾ ਸਬਕ ਦਿੰਦੇ। ਜਿਵੇਂ ਸਾਧ ਸੰਗਤ ਟੀਚਰ ਪਹਿਲਾਂ ਕਲਾਸ ਵਿੱਚ ਆਉਂਦੇ ਆ, ਸਭ ਨੂੰ ਟੈਨਸ਼ਨ ਕਰਾਉਂਦਾ, ਬਿਠਾਉਂਦਾ, ਚੰਗੀ ਤਰ੍ਹਾਂ ਸਾਵਧਾਨ ਕਰਦਾ, ਉਹਨਾਂ ਨੂੰ ਕੁਝ ਦੱਸਣ ਤੋਂ ਪਹਿਲਾਂ ਸੁਚੇਤ ਕਰਦਾ, ਫਿਰ ਸਾਵਧਾਨ ਕਰਕੇ ਅਗਲਾ ਸਬਕ ਦਿੰਦਾ। ਹੁਣ ਮਹਾਰਾਜ ਨੇ ਅਗਲਾ ਸਬਕ ਦਿੱਤਾ, ਕਹਿੰਦੇ ਸਾਹਿਬ ਸਿਮਰੋ ਮੇਰੇ ਭਾਈ ਹੋ। ਹੇ ਭਾਈ ਜਨੋ, ਅਕਾਲ ਪੁਰਖ ਵਾਹਿਗੁਰੂ ਨੂੰ, ਮਾਲਕ ਨੂੰ ਸਿਮਰੋ ਭਾਈ। ਸਭਨਾ ਇਹ ਭਿਆਣਾ, ਸਭ ਨੇ ਇੱਥੋਂ ਸੰਸਾਰ ਤੋਂ ਪਿਆਨਾ ਕਰ ਜਾਣਾ ਹੈ। ਉਸ ਜਾਣ ਤੋਂ ਪਹਿਲਾਂ ਉਹਨੂੰ ਸਿਮਰਨਾ ਕਰੋ। ਇਥੈ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ। ਪਾਤਸ਼ਾਹ ਕਹਿੰਦੇ ਭਾਈ ਇਹ 4 ਦਿਨ ਦਾ ਝੂਠਾ ਹੈ ਸਭ ਕੁਝ। ਸ਼ੌਹਰਤ, ਵਡਿਆਈ, ਨਾਮ, ਧਨ, ਜੋ ਕੁਝ ਵੀ ਹੈ ਇਹ 4 ਦਿਨ ਦਾ ਕੂੜ ਸਭ ਕੁਝ ਝੂਠਾ ਹੈ। ਪਰ ਅੱਗੇ ਸਰ ਪਣ ਜਾਣਾ, ਸੱਚਾਈ ਇਹ ਹੈ ਅੱਗੇ ਤੈਨੂੰ ਅਖੀਰ ਜਾਣਾ ਹੀ ਪੈਣਾ ਹੈ। ਆਗੈ ਸਰ ਪਰ ਜਾਣਾ, ਜੋ ਮਹਿਮਾਨਾ, ਕਾਹੇ ਗਰਬ ਕੀਜੈ। ਤਾਂ ਪਾਤਸ਼ਾਹ ਕਹਿੰਦੇ ਭਾਈ ਇਹ ਜੋ ਕੁਝ ਵੀ ਮਿਲਿਆ ਉੱਤੇ ਗਰਵ ਹੰਕਾਰ ਨਾ ਕਰੀ, ਅੱਗੇ ਸਰਬਰ ਭਾਵ ਪੱਕਾ ਅਖੀਰ ਨੂੰ ਜਾਣਾ ਹੀ ਪੈਣਾ। ਜਿਵੇਂ ਕੋਈ ਮਹਿਮਾਨ ਆਉਂਦਾ, 1 2 4 ਦਿਨ ਕੋਈ ਰੱਖ ਸਕਦਾ, ਉਸ ਤੋਂ ਬਾਅਦ ਥੋੜੀ ਫਿਰ ਉਹਨੂੰ ਜਾਣਾ ਹੀ ਪੈਂਦਾ। ਏਦਾਂ ਤੂੰ ਮਹਿਮਾਨ ਬਣ ਕੇ ਆਏ। ਜਿਵੇਂ ਜਿਵੇਂ ਕਿਸੇ ਫੁੱਲ ਦੇ ਇਰਦ ਗਿਰਦ ਭਰੇ ਹੋਏ ਗਮਲੇ ਵਿੱਚੋਂ, ਤਲਾਬ ਵਿੱਚੋਂ ਪਾਣੀ ਘਟਦਾ, ਉਹ ਫੁੱਲ ਮੁਰਝਾਉਂਦਾ। ਔਰ ਜਿਵੇਂ ਜਿਵੇਂ ਸਰੀਰ ਵਿੱਚੋਂ ਉਮਰ ਘਟਦੀ ਹੈ, ਇਹ ਸਰੀਰ ਬੁੱਢਿਆ ਹੁੰਦਾ, ਮੁਰਝਾ ਰਿਹਾ। ਇਹਨੂੰ ਸੁਨੇਹੇ ਮਿਲਦੇ ਨੇ, ਨਜ਼ਰ ਘਟ ਗਈ ਹੈ, ਦੰਦਾਂ ਦੀ ਸ਼ਕਤੀ ਘਟ ਗਈ ਹੈ, ਕੰਨ ਸੁਣਨ ਦੀ ਸ਼ਕਤੀ ਰੀਣੇ ਹੋ ਗਏ ਨੇ, ਘਟ ਗਈ ਹੈ। ਭਲਿਆ ਇਹ ਸਮਝ ਲੈ ਤੇਰੀ ਉਮਰ ਘਟ ਰਹੀ ਹੈ, ਤੇਰਾ ਉਹ ਵਕਤ ਨੇੜੇ ਆ ਰਿਹਾ। ਸਤਿਗੁਰ ਜੀ ਸਮਝਾਉਂਦੇ, ਕਹਿੰਦੇ ਭਾਈ ਗਰਵ ਨਾ ਕਰੀ ਕਿਸੇ ਚੀਜ਼। ਜੱਜਹ ਜਾਣੇ ਹੋ ਕਛ ਹੁਆ, ਬੰਦਿਓ ਜਿਉ ਨਲਨੀ ਭ੍ਰਮ ਸੂਆ। ਜੋ ਜਾਣੇ ਹੋ ਭਗਤ ਗਿਆਨੀ,
ਅੱਗੇ ਠਾਕੁਰ ਤਿਲ ਨਹੀਂ ਮਾਨੀ। ਆਮ ਬੰਦੇ ਦੀ ਗੱਲ ਛੱਡੋ, ਭਗਤ ਤੇ ਗਿਆਨੀ ਬੰਦਿਆਂ ਨੂੰ ਕਿਹਾ ਭਾਈ ਭਗਤੀ ਦਾ ਵੀ ਹੰਕਾਰ ਨਾ ਕਰ ਲਿਓ ਕਿਤੇ। ਮੈਂ ਜਪਨੇ ਇਹ ਵੀ ਹੰਕਾਰ ਨਾ ਕਰ ਲਈ, ਮੈਨੂੰ ਗਿਆਨ ਆਉਂਦਾ ਇਹ ਵੀ ਹੰਕਾਰ ਨਾ ਕਰ, ਮੈਨੂੰ ਪਤਾ ਹੈ ਇਸ ਗੱਲ ਦਾ ਵੀ ਅਹੰਕਾਰ ਨਾ ਕਰ ਬੈਠੀ, ਕਿਉਂਕਿ ਜੋ ਜਾਣੈ ਹੋ ਭਗਤ ਗਿਆਨੀ ਅੱਗੇ ਠਾਕੁਰ ਤਿਲ ਨਹੀਂ ਮਾਨੀ। ਕਹਿੰਦੇ ਭਾਈ ਜੇ ਤੂੰ ਇਹ ਸਭ ਕੁਝ ਮੰਨੇ, ਜੇ ਤੂੰ ਆਹ ਸਮਝ ਲਿਆ ਕਿ ਮੈਨੂੰ ਤਾਂ ਬਹੁਤ ਗਿਆਨ ਆਉਂਦਾ ਹੈ, ਕਹਿੰਦੇ ਭਾਈ ਤੇਰੀ ਹਾਲਤ ਏਦਾਂ ਹੈ ਜਿਵੇਂ ਕੋਈ ਵਪਾਰੀ ਹੋਵੇ, ਉਹ ਵੇਚਦਾ ਤੇ ਰੇਸ਼ਮ ਹੈ, ਆਪ ਖੱਦਰ ਪਾਉਂਦਾ ਹੈ, ਸੁਨਿਆਰ ਵੇਚਦਾ ਤੇ ਸੋਨਾ ਹੈ, ਪਰ ਆਪ ਉਹਨੇ ਖਾਲੀ ਬਾਂਹ ਤੇ ਧਾਗਾ ਜੇ ਬੰਨਿਆ ਹੁੰਦਾ, ਉਹ ਗਹਿਣੇ ਨਹੀਂ ਸੋਨੇ ਦੇ ਪਾਉਂਦਾ। ਇਸ ਤਰ੍ਹਾਂ ਤੇਰੀ ਹਾਲਤ ਹੈ, ਤੂੰ ਗਿਆਨ ਧਿਆਨ ਸੰਸਾਰ ਨੂੰ ਦੱਸਣਾ ਭਾਈ, ਤੂੰ ਵਪਾਰੀ ਦੀ ਤਰ੍ਹਾਂ। ਪਾਤਸ਼ਾਹ ਕਹਿੰਦੇ ਭਾਈ ਅਹੰਕਾਰ ਨਾ ਕਰੀ, ਅੱਗੇ ਤਿਲ ਜਿੰਨੀ ਵੀ ਇਹਨਾਂ ਚੀਜ਼ਾਂ ਦੀ ਕਦਰ ਨਹੀਂ, ਹਾਂ ਅੱਗੇ ਸਿਰਫ ਜਪਿਆ ਹੋਇਆ ਨਾਮ ਜਾਣਾ, ਕਮਾਇਆ ਹੋਇਆ ਜੀਵਨ ਜਾਣਾ, ਔਰ ਗੁਰੂ ਦੇ ਕੋਲ ਇਸੇ ਲਈ ਆਉਣਾ। ਸਹਿਜੇ ਸਹਿਜੇ ਸ਼ਬਦ ਤੇ ਸਿਧਾਂਤ ਨਾਲ ਗੁਰੂ ਸਿੱਖ ਦੇ ਅਤੀਤ ਨੂੰ ਮਾਰ ਦਿੰਦਾ। ਖਡੂਰ ਸਾਹਿਬ ਦੀ ਧਰਤੀ ਉੱਤੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਸਿੱਖ ਭਾਈ ਜੋਧ ਜੀ, ਜਿਨ੍ਹਾਂ ਦੇ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ। ਕਦੇ ਸਿੱਖਾਂ ਦਾ ਇਤਿਹਾਸ ਪੜ੍ਹਨਾ ਹੋਵੇ, ਕਿਹੜੇ ਪਿੰਡੋਂ ਕਿਹੜੇ ਸਿੱਖ ਕਿਹੜੇ ਗੁਰੂ ਸਾਹਿਬ ਦੇ ਕੋਲ ਆਏ, ਤਾਂ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਜੋਧ ਰਸੋਈਆ ਦੇਵਤਾ, ਦੇਵਤਾ ਲਿਖਿਆ ਭਾਈ ਜੋਧ ਜੀ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਤਾਰੀ, ਪੂਰੇ ਸਤਗੁਰ ਸਤਗੁਰ ਪੂਰੇ ਹੋਏ ਬਲਿਹਾਰੀ। ਕਹਿੰਦੇ ਭਾਈ ਪੂਰੇ ਗੁਰੂ ਨੇ ਕਿਰਪਾ ਕੀਤੀ, ਭਾਈ ਜੋਧ ਦੇਵਤਾ ਸਿੱਖ ਗੁਰੂ ਦੀ ਮੱਤ ਨਾਲ ਦੁੱਤਰ ਤੋਂ ਤਰ ਗਿਆ। ਉਹ ਭਾਈ ਜੋਧ ਜਿਹੜਾ ਆਪ ਬ੍ਰਾਹਮਣ ਹੈ, ਵਿਦਵਾਨ ਹੈ, ਜਿਹਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਅੰਗਦ ਦੇ ਮਹਾਰਾਜ ਤੋਂ ਪਹਿਲਾਂ ਪਤਾ ਹੈ, ਪਰ ਜਦੋਂ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਇਆ ਨਾ, ਇੱਥੇ ਆ ਕੇ ਸਾਧ ਸੰਗਤ ਪਤਾ ਲੱਗਾ ਬੜਾ ਵੱਡਾ ਔਗਣ ਹੈ ਮੇਰੇ ਅੰਦਰ। ਉਹ ਔਗਣ ਕੀ ਹੈ? ਮਨ ਦੇ ਅੰਦਰ ਘਿਰਨਾ ਪੈਦਾ ਹੋ ਗਈ। ਆ ਛੋਟੀਆਂ ਜਾਤਾਂ ਦੇ ਲੋਕ ਵੀ ਗੁਰੂ ਅੰਗਦ ਦੇ ਮਹਾਰਾਜ ਕੋਲ ਕੋਲ ਹੀ ਬਿਠਾ ਲੈਂਦੇ ਨੇ। ਜਦੋਂ ਸੰਗਤ ਵਿੱਚ ਬਹਿਣਾ ਘਿਰਨਾ ਪੈਦਾ ਹੋਣ ਲੱਗ ਪਈ। ਉਹਦੇ ਕੱਪੜੇ ਵੇਖਣੇ, ਬੰਦਾ ਵੇਖਣਾ ਕਿਸੇ ਨੀਵੀਂ ਜਾਤ ਦਾ, ਥੋੜਾ ਹਟ ਕੇ ਬੈਠਣਾ ਉਹਦੇ ਕੋਲੋਂ, ਲੰਗਰ ਵਰਤਾਉਣਾ ਤੇ ਥੋੜੇ ਦਿਨ ਤੇ ਛਕਿਆ ਲੰਗਰ ਵਿੱਚ, ਫਿਰ ਮਨ ਵਿੱਚ ਘਿਰਨਾ ਆਉਣ ਲੱਗ ਪਈ, ਇਹਨਾਂ ਦੇ ਵਿੱਚ ਬਹਿ ਕੇ ਨਹੀਂ ਛਕਣਾ। ਸਾਧ ਸੰਗਤ ਇਹ ਹੁਣ ਗੱਲ ਜਾਂ ਤੇ ਭਾਈ ਜੋਧ ਜਾਣਦੇ ਨੇ, ਜਾਂ ਫਿਰ ਗੁਰੂ ਅੰਗਦ ਦੇ ਮਹਾਰਾਜ ਘਟ ਘਟ ਦੀਆਂ ਜਾਣਨ ਵਾਲੇ ਪਾਤਸ਼ਾਹ ਨੂੰ ਪਤਾ ਹੈ। ਸਾਧ ਸੰਗਤ ਹੁਣ ਗੁਰੂ ਸ਼ਬਦ ਤੇ ਸਿਧਾਂਤ ਨਾਲ ਸਹਿਜੇ ਸਹਿਜੇ ਸਿੱਖ ਦੇ ਅਤੀਤ ਨੂੰ ਮਾਰਦਾ। ਜਦੋਂ ਕਈ ਮਹੀਨੇ ਗੁਜ਼ਰ ਗਏ, ਅੰਦਰੋਂ ਸੁੱਕਾ ਹੋਣ ਲੱਗ ਪਿਆ ਮਨ, ਤੇ ਮਨ ਦੇ ਅੰਦਰ ਪਛਤਾਵਾ ਪੈਦਾ ਹੋਇਆ। ਭਾਈ ਜੋਧ, ਤੈਨੂੰ ਗੁਰੂ ਨੇ ਇੰਨਾ ਪਿਆਰ ਦਿੱਤਾ ਹੈ, ਤੈਨੂੰ ਗੁਰੂ ਨੇ ਆਪਣੇ ਘਰ ਦੀ ਸੇਵਾ ਦਿੱਤੀ, ਉਹ ਤੇਰੇ ਅੰਦਰੋਂ ਇਹ ਕੂੜ ਅਹੰਕਾਰ ਮਰਿਆ ਨਹੀਂ, ਅਜੇ ਵੀ ਉੱਚੀ ਜਾਤ ਦਾ ਮਾਣ ਕਰਨਾ ਹੈ। ਮਨ ਦੇ ਅੰਦਰ ਪਛਤਾਵਾ ਪੈਦਾ ਹੋਇਆ, ਤੇ ਜਿਹੜਾ ਮਨ ਵਿੱਚ ਕੂੜ ਸੀ ਨਾ, ਕਹਿੰਦੇ ਮਨਾ ਤੂੰ ਬੜਾ ਝੂਠਾ ਹੈ, ਲੋਕਾਂ ਵੱਲ ਵੇਖਣਾ, ਦੂਜਿਆਂ ਦੀਆਂ ਜਾਤਾਂ ਤੇ ਕੱਪੜੇ ਵੇਖਣੇ, ਬੜਾ ਝੂਠਾ ਹੈ, ਤੂੰ ਮਹਿਲਾ ਹੈ। ਤੇ ਕਹਿੰਦੇ ਇਹ ਮਨਾ ਹੁਣ ਤੈਨੂੰ ਜੋਟ ਹੀ ਖਿਲਾਣੀ ਹੈ, ਦੂਜਿਆਂ ਵਿੱਚ ਬਹਿ ਕੇ ਲੰਗਰ ਨਹੀਂ, ਹੁਣ ਇਹਨਾਂ ਦੀ ਜੋਟ ਖਿਲਾਵਾਂਗਾ। ਇਤਿਹਾਸ ਕਹਿੰਦਾ ਭਾਈ ਸਾਹਿਬ ਭਾਈ ਜੋਧ ਜੀ ਸੰਗਤ ਦੇ ਬਰਤਨ ਜਿਹੜੀਆਂ ਪੱਤਲਾਂ ਇੱਕ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਨੇ, ਉਹਨਾਂ ਵਿੱਚੋਂ ਦੂਜਿਆਂ ਦਾ ਝੂਠਾ ਭੋਜਨ ਕੱਢ ਕੇ ਪਰਦੇ ਵਿੱਚ ਬਹਿ ਕੇ ਉਹਲੇ ਖਾਣ ਲੱਗ ਪਏ। ਇੱਕ ਦਿਨ ਧੰਨ ਮਾਤਾ ਖੀਵੀ ਜੀ ਨੇ ਵੇਖ ਲਿਆ। ਸਾਧ ਸੰਗਤ ਮਾਤਾ ਖੀਵੀ, ਜਿਨ੍ਹਾਂ ਦਾ ਔਰਾ ਹੀ ਇਸ ਤਰ੍ਹਾਂ ਦਾ ਸੀ ਕਿ ਉਹਨਾਂ ਦੇ ਦਰਸ਼ਨ ਕੋਈ ਕਰ ਲੈ, ਉਹਨਾਂ ਦੀ ਚਰਨ ਸ਼ਰਨ ਵਿੱਚ ਆਵੇ। ਇੱਥੋਂ ਤੱਕ ਪਾਤਸ਼ਾਹ ਦੀ ਬਾਣੀ ਪੜੋ, ਗੁਰੂ ਦੇ ਰਵਾਬੀਆਂ ਨੇ ਇਹ ਬਚਨ ਕਹੇ, ਦੁਨੀਆ ਦੇ ਲੋਕੋ, ਜਿਵੇਂ ਸੰਘਣੀ ਛਾਂ ਹਾੜ ਦੇ ਮਹੀਨੇ ਵਿੱਚ, ਜੇਠ ਦੀਆਂ ਤਪਦੀਆਂ ਧੁੱਪਾਂ ਵਿੱਚ ਸੋਹਣੇ ਪੱਤਰਾਂ ਦੀ, ਸੋਹਣੇ ਬੋੜ ਦੀ ਛਾਂ ਹੁੰਦੀ ਹੈ, ਇੰਨਾ ਧੰਨ ਮਾਤਾ ਖੀਵੀ ਜੀ ਦਾ ਸੰਘਣਾ ਪਿਆਰ ਸ਼ੀਤਲ ਔਰੇ, ਉਹਨਾਂ ਦੀ ਸ਼ਰਨ ਵਿੱਚ ਕੋਈ ਆ ਜਾਏ, ਇੰਨੀ ਸ਼ੀਤਲ ਠੰਡ ਉਹਨਾਂ ਦੇ ਦਰਸ਼ਨ ਕਰਕੇ ਪ੍ਰਾਪਤ ਹੁੰਦੀ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ। ਮਾਤਾ ਖੀਵੀ ਜੀ ਨੇ ਵੇਖ ਲਿਆ, ਤੇ ਵੇਖ ਕੇ ਕੋਲ ਜਾ ਕੇ ਪੁੱਛਿਆ, ਕਹਿੰਦੇ ਭਾਈ ਜੋਧ ਜੀ ਇਹ ਕੀ ਕਰ ਰਹੇ ਹੋ, ਝੂਠ ਕਿਉਂ ਖਾਂਦੇ ਹੋ, ਕੀ ਲੰਗਰ ਵਿੱਚ ਪ੍ਰਸ਼ਾਦਾ ਨਹੀਂ? ਹੱਥ ਜੋੜ ਕੇ ਰੋ ਪਏ। ਕਹਿੰਦੇ ਮਾਂ ਜੀ ਪ੍ਰਸ਼ਾਦਾ ਤੇ ਹੈ,
ਪਰ ਮੇਰਾ ਝੂਠਾ ਮਨ ਦੂਜਿਆਂ ਦੀਆਂ ਜਾਤਾਂ ਪਰਖਦਾ, ਦੂਜਿਆਂ ਦੇ ਕੱਪੜੇ ਵੇਖਦਾ, ਇਸ ਮਨ ਨੂੰ ਘਿਰਨਾ ਆਉਂਦੀ ਹੈ। ਹੁਣ ਮੈਂ ਇਸ ਝੂਠੇ ਮਨ ਨੂੰ ਝੂਠ ਖਿਲਾਣੇ ਮਨਾ ਖਾ, ਤੇਰੇ ਅੰਦਰੋਂ ਮੈਲ ਨਿਕਲ ਜਾਏ। ਨਾਲੇ ਅੱਖਾਂ ਭਰ ਕੇ ਰੋ ਪਏ। ਮਾਂ ਖੀਵੀ ਜੀ ਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਨੂੰ ਦੱਸਿਆ, ਮਹਾਰਾਜ ਜੋ ਤੇ ਇਸ ਤਰ੍ਹਾਂ ਝੂਠ ਖਾਂਦਾ ਹੈ। ਅੱਜ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਰਪਾ ਕੀਤੀ, ਪਾਤਸ਼ਾਹ ਖੁਦ ਲੰਗਰ ਵਿੱਚ ਚੱਲ ਕੇ ਆ ਗਏ। ਬਣੀ ਹੋਈ ਪੰਗਤ ਵਿੱਚ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਬੈਠ ਗਏ। ਪਾਤਸ਼ਾਹ ਨੇ ਉੱਥੇ ਬੈਠੇ ਜਿੱਥੇ ਸਭ ਤੋਂ ਮੈਲੇ ਕੱਪੜਿਆਂ ਵਾਲੇ ਬੈਠੇ ਸਨ। ਗੁਰੂ ਅੰਗਦ ਦੇ ਮਹਾਰਾਜ ਉਹਨਾਂ ਵਿੱਚ ਬੈਠੇ ਜਿਨ੍ਹਾਂ ਦੇ ਕੱਪੜੇ ਕਈ ਦਿਨਾਂ ਦੇ ਧੋਤੇ ਸਨ। ਅਤਿਅੰਤ ਗਰੀਬ ਲੋਕਾਂ ਵਿੱਚ ਪਾਤਸ਼ਾਹ ਬੈਠ ਗਏ। ਭਾਈ ਜੋਧ ਲੰਗਰ ਵਰਤਾਉਂਦਾ, ਅੰਦਰੋਂ ਮਨ ਭਰਿਆ ਵਿਰਾਗ ਚ ਰੋਇਆ। ਪਾਤਸ਼ਾਹ ਦੇ ਕੋਲ ਆ ਕੇ ਸਿਰ ਰੱਖ ਕੇ ਰੋ ਪਿਆ, ਮਹਾਰਾਜ ਮੇਰੇ ਤੇ ਤਰਸ ਕਿਰਪਾ ਕਰੋ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਪਾਈ, ਆਪਣੀ ਥਾਲੀ ਵਿੱਚੋਂ ਇੱਕ ਬੁਰਕੀ ਤੋੜ ਕੇ ਭਾਈ ਜੋਧ ਦੇ ਮੁਖ ਵਿੱਚ ਪਾਉਣ ਦੀ ਦੇਰ ਸੀ। ਹਜ਼ੂਰ ਨੇ ਕਿਹਾ, ਲੈ ਭਾਈ ਜੋਧ, ਹੁਣ ਤੇਰਾ ਅੰਦਰ ਵੀ ਸੁੱਚਾ ਹੋ ਗਿਆ, ਹੁਣ ਤੂੰ ਬਾਹਰੋਂ ਵੀ ਨਿਰਮਲ ਤੇ ਅੰਦਰੋਂ ਵੀ ਨਿਰਮਲ। ਜਾ ਹੁਣ ਅੰਦਰ ਝੂਠ ਨਾ ਪਾਇਆ ਕਰ, ਗੁਰੂ ਨਾਨਕ ਦੇ ਲੰਗਰ ਵਿੱਚ ਬਹਿ ਕੇ ਛਕਿਆ ਕਰ। ਜੋਧ ਰਸੋਈਆ ਦੇਵਤਾ, ਗੁਰ ਸੇਵਾ ਕਰ ਦੁੱਤਰ ਤਾਰੀ। ਗੁਰੂ ਨੇ ਬਖਸ਼ਿਸ਼ ਕਿਰਪਾ ਕੀਤੀ। ਬਾਣੀ ਪੜੋ ਭੱਟ ਸਾਹਿਬਾਨਾਂ ਦੀ, ਕਹਿੰਦੇ ਨੇ ਗੁਰੂ ਅੰਗਦ ਦੇ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਇਹ ਇੰਨਾ ਅੰਮ੍ਰਿਤ ਸੀ, ਵੱਡੇ ਤੋਂ ਵੱਡਾ ਪਾਪੀ ਬੰਦਾ ਵੀ ਸਾਹਮਣੇ ਆ ਜਾਏ, ਜੇ ਇੱਕ ਦ੍ਰਿਸ਼ਟੀ ਨਜ਼ਰ ਦੀ ਪੈ ਜਾਏ ਨਾ, ਉਸੇ ਵਕਤ ਪਾਪ ਸੜ ਜਾਂਦੇ ਸਨ। ਅਮਿਉ ਦ੍ਰਿਸ਼ਟੀ ਸ਼ੁਭ ਕਰੇ, ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਦਰ ਲੋਭ ਮੋਹ, ਵਸ ਕਰੇ ਸਭੇ ਵੱਲ। ਅੱਜ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਸਮਝਾਉਂਦੇ, ਭਾਈ ਮਹਿਮਾਨ ਦੀ ਤਰ੍ਹਾਂ ਸੰਸਾਰ ਵਿੱਚ ਰਹਿਣਾ, ਨਾਮ ਜਪ, ਅੱਗੇ ਦਰਗਾਹ ਵਿੱਚ ਕੰਮ ਆਏਗਾ। ਜਿਤ ਸੇਵਿਐ ਦਰਗਹ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਭਾਈ ਉਹਦਾ ਨਾਮ ਜਪ, ਜਿਹਨੂੰ ਸਿਮਰਨ ਨਾਲ ਰੱਬ ਦੀ ਦਰਗਾਹ ਵਿੱਚ ਮਹਾਨ ਸੁਖ ਮਿਲਦਾ ਹੈ। ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਕਿਸੇ ਦਾ ਹੁਕਮ ਨਹੀਂ ਚੱਲਦਾ, ਉਹਦੇ ਅੱਗੇ ਮੂਲੋਂ ਕਿਸੇ ਦਾ ਹੁਕਮ ਨਹੀਂ ਹੈ। ਸਿਰ ਸਿਰ ਕਿਆ ਵਿਹਾਣਾ। ਅਕਾਲ ਪੁਰਖ ਵਾਹਿਗੁਰੂ ਜੀ ਨੇ ਹਰ ਬੰਦੇ ਦੇ ਸਿਰ ਉੱਤੇ ਆਪਣਾ ਹੁਕਮ ਲਿਖਿਆ, ਇਸ ਲਈ ਭਾਈ ਉੱਥੇ ਕੋਈ ਵੀ ਹੰਕਾਰ ਹੁਕਮ ਆਕੜ ਨਹੀਂ ਚੱਲਦੀ। ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਇਹ ਭਾਈ ਜਨੋ ਅਕਾਲ ਪੁਰਖ ਵਾਹਿਗੁਰੂ ਸਾਹਿਬ ਨੂੰ ਸਿਮਰੋ, ਸਭਨਾ ਨੇ ਹੀ ਸੰਸਾਰ ਤੋਂ ਪਿਆਨਾ ਕਰਨਾ ਹੈ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰੋ। ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਸਮਰੱਥ ਨੂੰ ਭਾਉਂਦਾ, ਉਹੀ ਥੀਏ ਦਾ ਅਰਥ ਹੁੰਦਾ ਹੀਲੜਾ ਇਹ ਸੰਸਾਰੋ। ਸੰਸਾਰ ਦੇ ਲੋਕਾਂ ਦੇ ਤਾਂ ਹੀਲੇ ਹਨ, ਉਪਰਾਲੇ ਹਨ, ਇਹ ਤੇ ਸਭ ਉਪਰਾਲੇ ਹੀਲੇ ਵਿਅਰਥ ਹੁੰਦੇ ਨੇ। ਜਲ ਥਲ ਮਹੀਲ ਰਵ ਰਹਿਆ, ਸਚੜਾ ਸਿਰਜਣਹਾਰ। ਉਹ ਅਕਾਲ ਪੁਰਖ ਰੱਬ ਜਿਹੜਾ ਜਲ ਵਿੱਚ, ਥਲ ਵਿੱਚ, ਮਹੀਲ ਆਕਾਸ਼ ਵਿੱਚ ਰਮਿਆ ਹੋਇਆ, ਸਭ ਕੁਝ ਆਪ ਚਲਾ ਰਿਹਾ, ਸੱਚਾ ਸਿਰਜਣਹਾਰ ਹੈ। ਸਾਚਾ ਸਿਰਜਣਹਾਰੂ, ਅਲਖ ਅਪਾਰੂ, ਤਾਕਾ ਅੰਤ ਨਾ ਪਾਇਆ। ਕਹਿੰਦੇ ਉਹ ਸੱਚਾ ਸਿਰਜਣਹਾਰ ਹੈ, ਅਲਖ ਹੈ, ਅਪਾਰ ਹੈ। ਉਹਦੀ ਮਹਿਮਾ ਲਖੀ ਨਹੀਂ ਜਾ ਸਕਦੀ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਜਿਹਨੂੰ ਦੁਨੀਆ ਕਈ ਵਾਰ ਕਹਿ ਦੇਵੇ ਇਹ ਬੰਦਾ ਨਹੀਂ ਬਚ ਸਕਦਾ, ਰੱਬ ਉਹਨੂੰ ਐਂ ਕੱਢ ਲੈਂਦਾ ਜਿਵੇਂ ਮੱਖਣ ਵਿੱਚੋਂ ਵਾਲ ਕੱਢ ਲਈ। ਤੇ ਜਿਹਨੂੰ ਲੋਕ ਕਹਿੰਦੇ ਇਹਦਾ ਤਾਂ ਕੁਝ ਬਾਲ ਬਿੰਗਾ ਹੀ ਨਹੀਂ ਹੋ ਸਕਦਾ, ਇਹ ਬੰਦੇ ਨੇ ਇੰਨਾ ਪ੍ਰਬੰਧ ਕੀਤਾ। ਸਾਧ ਸੰਗਤ ਤੁਸੀਂ ਹੈਰਾਨ ਹੋਵੋਗੇ, ਗਰੀਬਾਂ ਵਿੱਚ ਲੰਗਰ ਵਰਤਾਉਂਦਿਆਂ, ਸੇਵਾ ਕਰਦਿਆਂ ਲੋਕ ਤੰਦਰੁਸਤ ਨੇ, ਕਿਸੇ ਨੂੰ ਕਰੋਨਾ ਨਹੀਂ ਹੋਇਆ। ਮਹਿਲਾਂ ਵਿੱਚ ਬੈਠੇ ਲੋਕ ਜਿਨ੍ਹਾਂ ਦਾ ਖਾਣਾ ਵੀ 3 ਟਾਈਮ ਚੈੱਕ ਹੋ ਕੇ ਜਾਂਦੇ, ਉਹਨਾਂ ਨੂੰ ਕਰੋਨਾ ਹੋ ਗਿਆ। ਤੁਹਾਡੇ ਕੋਲ ਹੈ ਸਭ ਕੁਝ, ਕਿਉਂਕਿ ਅਕਾਲ ਪੁਰਖ ਸਮਰੱਥ ਦੀ ਸਿਰਜਣਹਾਰ ਦੀ ਰਚਨਾ ਦਾ ਅੰਤ ਨਹੀਂ ਹੈ ਕੋਈ। ਇਹ ਉਹਦੀ ਵਡਿਆਈ ਹੈ, ਉਹਦੇ ਰਚੇ ਹੋਏ ਸੰਸਾਰ ਖੇਡਾਂ ਦਾ ਕੋਈ ਅੰਤ ਨਹੀਂ। ਆਇਆ ਤਿਨ ਕਾ ਸਫਲ ਭਇਆ ਹੈ,
ਇਕ ਮਨ ਜਿਨੀ ਧਿਆਇਆ। ਉਹਨਾਂ ਦਾ ਆਉਣਾ ਸੰਸਾਰ ਵਿੱਚ ਸਫਲ ਹੈ, ਜਿਨ੍ਹਾਂ ਨੇ ਇੱਕ ਮਨ ਚਿੱਤ ਕਰਕੇ ਪਰਮਾਤਮਾ ਵਾਹਿਗੁਰੂ ਨੂੰ ਸਿਮਰਿਆ ਧਿਆਇਆ ਹੈ। ਟਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੂ। ਕਹਿੰਦੇ ਆਪ ਹੀ ਸ੍ਰਿਸ਼ਟੀ ਨੂੰ ਉਹ ਬਣਾਉਂਦਾ ਹੈ, ਸਵਾਰਦਾ ਹੈ, ਆਪ ਹੀ ਆਪਣੇ ਹੁਕਮ ਵਿੱਚ ਢਾਉਂਦਾ ਹੈ। ਉਸਾਰਨਾ, ਢਾਉਣਾ, ਬਣਾਉਣਾ, ਜਨਮ ਮਰਨ ਸਭ ਕੁਝ ਉਹਦੇ ਹੱਥ ਵਿੱਚ ਹੈ। ਸੰਸਾਰ ਦੇ ਲੋਕਾਂ ਦੀ ਵੱਸ ਦੀ ਗੱਲ ਨਹੀਂ। ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਉਹੀਓ ਖੋਜ ਲੋਕਾਂ ਦੇ ਸਾਹਮਣੇ ਆਉਂਦੀ ਜਿਹੜੀ ਰੱਬ ਕਰਾਉਣਾ ਚਾਹੁੰਦਾ। ਉਹ ਕਿਸੇ ਵਿੱਚ ਵੱਸ ਕੇ ਖੋਜ ਪ੍ਰਗਟ ਕਰ ਦਿੰਦਾ। ਇਹ ਉਹਦੀ ਆਪਣੀ ਮੌਜ ਹੈ। ਜੇ ਕੋਈ ਬੰਦਾ ਕਵੇ ਨਹੀਂ ਜੀ ਹੁਣ ਆਹ ਚੀਜ਼ ਇਸ ਤਰ੍ਹਾਂ, ਕੋਈ ਫਲਾਨਾ ਸਾਇੰਟਿਸਟ ਆ ਬਣਾ ਲੇਗਾ। ਸਤਿਗੁਰਾਂ ਨੇ ਲਿਖ ਕੇ ਕਿਹਾ ਭਾਈ ਵੱਡੇ ਵੱਡੇ ਵੈਦ ਇਕੱਠੇ ਹੋ ਜਾਣ, ਆਪਣੀਆਂ ਦਵਾਈਆਂ ਵੈਕਸੀਨ ਜੋ ਬਣਾਏ ਉਹ ਚੁੱਕ ਕੇ ਲਿਆ ਕੇ ਰੱਖ ਲੈਣ। ਕਹਿੰਦੇ ਜੇ ਉਹਦਾ ਹੁਕਮ ਨਹੀਂ ਤੇ ਤੁਸੀਂ ਬੰਦਾ ਨਹੀਂ ਬਚਾ ਸਕਦੇ, ਜਿੰਨੇ ਮਰਜ਼ੀ ਵੈਦ ਇਕੱਠੇ ਕਰ। ਵੈਦਾਂ ਸੰਦਾਂ ਸੰਗ ਇਕੱਠਾ ਹੋਇਆ, ਦਵਾਈ ਪਤਾ ਕਦੋਂ ਕੰਮ ਕਰੇਗੀ। ਔਖਦ ਆਏ ਰਾਸ ਵਿੱਚ ਆਪ ਖਲੋਇਆ। ਜੇ ਰੱਬ ਖਲੋ ਜਾਏ ਤਾਂ ਕੰਮ ਕਰ ਜਾਏਗੀ, ਜੇ ਰੱਬ ਨਾ ਖਲੋਵੇ ਤਾਂ ਕਰੋੜਾਂ ਰੁਪਏ ਦੀ ਦਵਾਈ ਕੰਮ ਨਹੀਂ। ਜੇ ਉਹਦੀ ਨਜ਼ਰ ਹੋ ਜਾਏ ਫਿਰ 5 ਪੈਸੇ ਦੀ ਗੋਲੀ ਵੀ ਕੰਮ ਕਰ ਜਾਂਦੀ। ਇਸੇ ਲਈ ਮਹਾਰਾਜ ਜੀ ਅੱਜ ਬਖਸ਼ਿਸ਼ ਕਰਦੇ, ਕਹਿੰਦੇ ਭਾਈ ਇਹ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਉਹਨੇ ਸਵਾਰਿਆ ਹੋਇਆ, ਆਪੇ ਸਾਜਦਾ ਉਸਾਰਦਾ ਤੇ ਢਾਉਂਦਾ ਹੈ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰੋ। ਕਹਿੰਦੇ ਜੋ ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਨੂੰ ਪਾਉਂਦਾ ਉਹੀ ਉਹ ਹੁੰਦਾ। ਸੰਸਾਰ ਦੇ ਹੀਲੇ ਤਾਂ ਵਿਅਰਥ ਹੁੰਦੇ ਨੇ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਹੁਣ ਮਹਾਰਾਜ ਸਮਝਾਉਂਦੇ ਭਾਈ ਮੋਹ ਕਰਕੇ ਤਾਂ ਸਭ ਰੋਂਦੇ ਨੇ ਆਪਣਿਆਂ ਨੂੰ। ਰੋਣਾ ਕਿਹੜਾ ਪ੍ਰਵਾਨ ਹੈ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਅਕਾਲ ਪੁਰਖ ਵਾਹਿਗੁਰੂ ਦੇ ਵਿਰਾਗ ਵਿੱਚ ਕਿਸੇ ਨੂੰ ਰੋਣਾ ਆਵੇ, ਕੋਈ ਰੱਬ ਨੂੰ ਚੇਤੇ ਕਰਕੇ ਵਿਰਾਗ ਵਿੱਚ ਹੰਝੂ ਆਣ, ਉਹ ਰੋਣਾ ਰੱਬ ਨੂੰ ਬਹੁਤ ਪ੍ਰਵਾਨ ਹੈ। ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਬੇਕਾਰ। ਦੁਨੀਆ ਦੇ ਮੋਹ ਬਲੇਵੇ ਕਾਰਨ ਸਾਰਾ ਸੰਸਾਰ ਰੋਂਦਾ, ਉਹ ਬੇਕਾਰ ਹੈ। ਉਹਨੂੰ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣਗੇ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਹੀ ਸੁਖ ਸਿਓ ਸਭ ਜਗ ਫੰਦਿਓ। ਕੋ ਕਾਹੂ ਕੋ ਨਾਹੀ, ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੇ। ਸੰਸਾਰ ਦੇ ਲੋਕਾਂ ਦਾ ਰੋਣਾ ਵਿਕਾਰ ਹੈ। ਰੋਵਣ ਸਗਲ ਬੇਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ। ਕਹਿੰਦੇ ਭਾਈ ਉਹ ਬੰਦੇ ਨੂੰ ਥੋੜੀ ਰੋਂਦੇ, ਉਹਦੀ ਮਾਇਆ ਨੂੰ, ਉਹਦੇ ਕੰਮਾਂ ਨੂੰ, ਉਹਦੇ ਘਾਟੇ ਨੂੰ ਰੋਂਦੇ। ਇਸ ਤਰ੍ਹਾਂ ਸੰਸਾਰ ਦਾ ਰੋਣਾ ਤਾਂ ਸਿਰਫ ਮਾਇਆ ਕਰਕੇ ਹੈ, ਬੰਦੇ ਦੇ ਸਰੀਰ ਕਰਕੇ ਨਹੀਂ। ਬਹੁਤਿਆਂ ਤੋਂ ਲੋਕ ਔਖੇ ਹੋ ਕੇ ਕਈ ਵਾਰ ਆਪਣੇ ਕਹਿੰਦੇ ਇਹਦੇ ਨਾਲੋਂ ਤਾਂ ਤੂੰ ਮਾਰੀ ਜਾਵੇਂ, ਕਹਿ ਦਿੰਦੇ ਸੰਸਾਰ ਦੇ ਲੋਕ। ਇਸ ਲਈ ਸਰੀਰ ਨੂੰ ਨਹੀਂ, ਉਹਦੇ ਕੰਮਾਂ ਨੂੰ, ਉਹਦੀ ਮਾਇਆ ਕਰਕੇ, ਸੰਸਾਰ ਦੀ ਉਹਦੀ ਲੋੜ ਕਰਕੇ ਰੋਂਦੇ ਹਨ। ਇਹ ਸਭ ਕੁਝ ਵਿਕਾਰ ਹੈ। ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏਵੈ ਖੋਵੈ। ਬੰਦਾ ਚੰਗਾ ਮੰਦਾ ਸਮਝਦਾ ਨਹੀਂ, ਮੋਹ ਮਾਇਆ ਵਿੱਚ ਇਸ ਤਰ੍ਹਾਂ ਪੂਰੀ ਉਮਰ ਆਪਣਾ ਸਰੀਰ ਗਵਾ ਲੈਂਦਾ ਕਿ ਚੰਗੇ ਤੇ ਮੰਦੇ ਦੀ ਵੀ ਸੋਝੀ ਨਹੀਂ ਸਮਝਦਾ। ਐਥੈ ਆਇਆ ਸਭ ਕੋ ਜਾਸੀ, ਕੂੜ ਕਰੋ ਅਹੰਕਾਰ। ਕਹਿੰਦੇ ਭਾਈ ਇੱਥੇ ਆਉਣਾ ਜੋ ਹੈ ਉਹ ਸਭ ਨੂੰ ਜਾਣਾ ਪਏਗਾ। ਕੂੜ ਕਰੋ ਅਹੰਕਾਰੋ, ਜੇ ਕਿਸੇ ਨੂੰ ਧਨ ਦੌਲਤ ਮਾਇਆ ਮੀਰੀ ਦਾ ਹੰਕਾਰ ਹੈ ਤਾਂ ਸਭ ਕੁਝ ਵਿਕਾਰ ਹੈ, ਵਿਅਰਥ ਹੈ। ਕਿਉਂ? ਇੱਥੇ ਸੰਸਾਰ ਵਿੱਚ ਕੋਈ ਵੀ ਵੱਧਦਾ ਘਟਦਾ ਨਹੀਂ। ਕੋਈ ਕਹਿੰਦਾ ਨਾ ਕਮਾਈ ਕੀਤੀ, ਕਮਾਇਆ ਕੁਛ ਨਹੀਂ, ਕਾਗਜ਼ ਬਦਲਦੇ ਨੇ। ਜ਼ਮੀਨ ਪਹਿਲਾਂ ਵੀ ਇੱਥੇ ਸੀ, ਕਈ ਬਦਲ ਜਾਂਦੇ ਨੇ, ਉੱਤੇ ਰਜਿਸਟਰੀ ਇੰਤਕਾਲ ਕਢਾ ਕੇ ਵੇਖੋ ਪਿੱਛੇ ਕਿੰਨੇ ਕਿੱਥੇ ਤੱਕ ਚਲ ਜਾਂਦੇ। ਇਸ ਲਈ ਕੋਈ ਵੀ ਸੰਸਾਰ ਵਿੱਚ ਆਪਾਂ ਨਹੀਂ ਕੁਝ ਪੈਦਾ ਕੀਤਾ, ਅਕਾਲ ਪੁਰਖ ਦੇ ਹੁਕਮ ਵਿੱਚ ਮਿਲੇ, ਉੱਤੇ ਬੰਦਾ ਮਾਣ ਕਰਦਾ। ਇਹ ਕਾਗਜ਼ੀ ਸਿਸਟਮ ਹੈ। ਤੁਹਾਨੂੰ ਰਸਤੇ ਵਿੱਚ ਪੁਲਿਸ ਵਾਲੇ ਰੋਕਣ ਤੇ ਸਾਧ ਸੰਗਤ ਗੱਡੀ ਭਾਵੇਂ ਤੁਹਾਡੇ ਕੋਲ 50 ਲੱਖ ਦੀ ਹੋਵੇ, ਉਹ ਇੱਕੋ ਗੱਲ ਕਹਿੰਦੇ ਨੇ, ਕਾਗਜ਼ ਦਿਖਾਓ, ਇਹ ਤੁਹਾਡੇ ਨਾਮ ਹੈ, ਕਿੱਥੇ ਲਿਖਿਆ? ਕਾਗਜ਼ਾਂ ਵਿੱਚ। ਜ਼ਮੀਨ ਮੇਰੀ ਹੈ, ਕਿੱਥੇ ਲਿਖਿਆ? ਕਾਗਜ਼ਾਂ ਵਿੱਚ। ਇਸੇ ਲਈ ਸਭ ਕੁਝ ਆਈਡੀ ਪ੍ਰੂਫ ਕਾਗਜ਼ਾਂ ਵਿੱਚ ਚੱਲਦਾ ਹੈ। ਇਹ ਸੰਸਾਰ ਕਾਗਜ਼ ਦੀ ਨਿਆਈ ਹੈ
ਪਾਤਸ਼ਾਹ ਨੇ ਬਚਨ ਕਹੇ ਦੇ ਉੱਤੇ ਹੰਕਾਰ ਨਾ ਕਰ, ਦਿੱਤੇ ਹੋਏ ਦਾ ਸ਼ੁਕਰਾਨਾ ਕਰਕੇ ਜੀਵਨ ਵਸ਼ਰ ਕਰੋ। ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੇ ਉਹਨੂੰ ਯਾਦ ਕਰ, ਕਦੇ ਉਹਨੂੰ ਵੀ ਚੇਤੇ ਕਰਕੇ ਰੋ, ਕਦੇ ਉਹਨੂੰ ਵੀ ਯਾਦ ਕਰ, ਕਦੇ ਉਹਦੇ ਵਾਸਤੇ ਵੀ ਤੇਰੇ ਅੰਦਰ ਵਿਰਾਗ ਹੋਣਾ ਚਾਹੀਦਾ ਜਿਹਨੇ ਇਹ ਸਭ ਕੁਝ ਸੰਸਾਰ, ਸਰੀਰ, ਜਨਮ, ਪੁੱਤਰ, ਧੀਆਂ ਸਭ ਕੁਝ ਦਿੱਤਾ, ਉਹਨੂੰ ਵੀ ਯਾਦ ਕਰ ਕਦੇ। ਫਿਰ ਤੂੰ ਸਭ ਕੁਝ ਉਹਦੇ ਉੱਤੇ ਸਮਰਪਣ ਕਰ ਦੇ। ਜਦੋਂ ਉਹ ਜਿਸ ਨੇ ਸਿਰਜਿਆ ਉਹਨੂੰ ਯਾਦ ਕਰਕੇ ਉਹਦੇ ਹਵਾਲੇ ਕਰ ਦੋਗੇ ਸਾਧ ਸੰਗਤ, ਫਿਰ ਜ਼ਿੰਮੇਵਾਰੀ ਉਹਦੀ ਹੈ। ਮੈਨੂੰ ਮਾਫ ਕਰਿਓ, ਆ ਦੁਨੀਆ ਦੇ ਝੂਠੇ ਰਿਸ਼ਤੇ ਰੌਲਾ ਪਿਆ ਹੋਇਆ। ਲਓ ਜੀ ਹੁਣ ਰੱਖੜੀ ਆ ਗਈ ਹੈ, ਭੈਣ ਨੇ ਭਰਾ ਦੇ ਬੰਨਣੀ ਹੈ, ਔਰ ਮਾਫ ਕਰਿਓ ਉਹ ਰੱਖੜੀ ਬੰਨ ਕੇ ਜਾਵੇ, ਇੱਕ ਪੈਸਾ ਨਾ ਦਿਓ, ਅੱਧ ਨਾਲੋਂ ਵੱਧ ਲੋਕਾਂ ਵਿੱਚ ਝਗੜਾ ਪੈ ਜਾਏਗਾ। 500 ਖਰਚ ਕੇ ਆਈ ਸੀ, ਉਹਨੇ ਹੱਥ ਤੇ ਰੱਖਿਆ ਨਹੀਂ ਕੁਝ ਵੀ। ਸਾਧ ਸੰਗਤ ਰਿਸ਼ਤੇ ਤਾਂ ਉਧਰਲੇ ਪਾਸੇ ਤੁਰੇ ਹੋਏ, ਕੋਈ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ। ਹਾਂ, ਸੰਸਾਰੀ ਤੌਰ ਤੇ ਜਿਨ੍ਹਾਂ ਦਾ ਪਿਆਰ ਹੈ, ਜਿੰਨੀ ਰਿਸ਼ਤਿਆਂ ਦੀ ਕਦਰ ਕਰਨੀ ਉਨੀ ਧਾਗਿਆਂ ਤੋਂ ਬਗੈਰ ਵੀ ਕਰ ਲੈਣੀ ਹੈ। ਸਾਧ ਸੰਗਤ ਇੱਕੋ ਰਿਸ਼ਤਾ ਹੈ ਜਿਹੜਾ ਗੁਰੂ ਤੇ ਸਿੱਖ ਦਾ ਪੱਕਾ ਹੈ, ਉਹ ਕਦੇ ਆਪਣੀ ਬਾਂਹ ਗੁਰੂ ਨੂੰ ਫੜਾ ਦੇ, ਉਹ ਦਰਗਾਹ ਤੱਕ ਨਹੀਂ ਛੱਡੇਗਾ, ਰੱਖਿਆ ਕਰਦਾ ਹੈ। ਹਰ ਬਾਂਹ ਪ੍ਰਭੂ ਪਕੜਾਈ ਜੀਓ, ਬਾਂਹ ਪ੍ਰਭੂ ਪਕੜਾਈ ਉਤਮ ਮਤ ਪਾਈ। ਜਦੋਂ ਗੁਰੂ ਨੂੰ ਬਾਂਹ ਫੜਾਓਗੇ ਉਤਮ ਮਤ ਬਖਸ਼ਿਸ਼ ਕਰ। ਪਾਤਸ਼ਾਹ ਨੇ ਤਾਂ ਝਗੜਾ ਹੀ ਨਿਬੇੜਤਾ ਵੀ ਧੀਆਂ ਦੀ ਰੱਖਿਆ ਬੰਦੇ ਕਰਨਗੇ, ਭਰਾ ਕਰੇਗਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਆਪਣੀ ਫੌਜ ਵਿੱਚ ਬੀਬੀਆਂ ਨੂੰ ਵੀ ਸ਼ਸਤਰ ਪਹਿਨਾਏ, ਬੀਬੀਆਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਕੀਤਾ। ਸਾਧ ਸੰਗਤ ਮਾਝੇ ਦੀ ਸ਼ੇਰਨੀ ਧੰਨ ਮਾਤਾ ਭਾਗ ਕੌਰ ਜੀ, ਜਦੋਂ ਬੜੀ ਵੱਡੀ ਜੰਗ ਹੋਈ ਮੁਕਤਸਰ ਸਾਹਿਬ ਦੀ, ਭਾਈ ਮਹਾ ਸਿੰਘ ਦੇ ਹੱਥੋਂ ਮਹਾਰਾਜੀਆਂ ਨੇ ਉਹ ਵਿਧਾਵਾ ਪਾੜ ਦਿੱਤਾ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਭਾਈ ਕੋਈ ਹੋਰ ਵੇਖੋ ਸਿੱਖੋ, ਕੋਈ ਸਰੀਰ ਫੱਟੜ ਹੋਇਆ ਜਿਉਂਦਾ ਹੋਵੇ ਲੱਭੋ, ਜ਼ਖਮਾਂ ਦਾ ਇਲਾਜ ਕਰੋ। ਸਿੱਖ ਜੰਗ ਵਿੱਚ ਲੱਭ ਰਹੇ ਸਨ ਤੇ ਇੱਕ ਸਿੱਖ ਨੇ ਕਿਹਾ, ਮਹਾਰਾਜ ਇੱਕ ਬੜੀ ਹੈਰਾਨਗੀ ਵਾਲੀ ਗੱਲ ਹੈ। ਸਤਿਗੁਰੂ ਬੋਲੇ, ਕੀ ਗੱਲ? ਕਹਿੰਦੇ ਮਹਾਰਾਜ ਬਾਣਾ ਤਾਂ ਮਰਦਾਂ ਵਾਲਾ ਹੈ, ਪਰ ਹੈ ਉਹ ਗੁਰੂ ਦੀ ਸਿੰਘਣੀ। ਮਹਾਰਾਜ ਤੁਹਾਡੀ ਕੋਈ ਧੀ? ਮਹਾਰਾਜ ਉਹ ਵੀ ਜੰਗ ਵਿੱਚ ਜੂਝੀ। ਪਾਤਸ਼ਾਹ ਨੇ ਕਿਹਾ, ਕੌਣ ਹੈ? ਮਹਾਰਾਜ ਫੱਟ ਬੜੇ ਲੱਗੇ ਨੇ, ਜ਼ਖਮ ਬੜੇ ਨੇ। ਉਹਨਾਂ ਦੇ ਸਰੀਰ ਦੇ ਫੱਟਾਂ ਦਾ ਇਲਾਜ ਕੀਤਾ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ, ਵੇਖਿਆ ਮਾਤਾ ਭਾਗ ਕੌਰ, ਹਜ਼ੂਰ ਨੇ ਸਿਰ ਤੇ ਹੱਥ ਫੇਰ ਕੇ ਕਿਹਾ, ਸਾਧ ਸਾਧ ਬੇਟਾ, ਇਹ ਧੀਏ ਸ਼ਾਬਾਸ਼। ਔਰ ਉਦਣ ਮਹਾਰਾਜ ਨੇ ਜਦੋਂ ਸ਼ਹੀਦ ਸਿੱਖਾਂ ਦਾ ਸੰਸਕਾਰ ਕੀਤਾ ਨਾ ਮੁਕਤਸਰ ਸਾਹਿਬ ਦੀ ਧਰਤੀ ਤੇ, ਕਿਹਾ ਸੀ, ਖਾਲਸਾ ਜੀ ਅੱਜ ਤੋਂ ਬਾਅਦ ਮੇਰੇ ਪੰਥ ਨੂੰ ਕੋਈ ਖਤਰਾ ਨਹੀਂ। ਸਿੱਖਾਂ ਸਵਾਲ ਕੀਤਾ, ਮਹਾਰਾਜ 13 ਜੰਗਾਂ ਪਹਿਲਾਂ ਵੀ ਹੋਈਆਂ ਨੇ, ਪਹਿਲਾਂ ਕਦੇ ਨਹੀਂ ਕਿਹਾ ਪੰਥ ਨੂੰ ਕੋਈ ਖਤਰਾ ਨਹੀਂ, ਅੱਜ ਕਿਉਂ ਕਿਹਾ? ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ, ਖਾਲਸਿਓ, ਜਿਸ ਪੰਥ ਦੀ, ਧਰਮ ਦੀ, ਕੌਮ ਦੀਆਂ ਬੀਬੀਆਂ ਆਪਣੀ ਰੱਖਿਆ ਕਰਨ ਦੇ ਖੁਦ ਕਾਬਿਲ ਹੋ ਜਾਣ, ਉਸ ਪੰਥ ਨੂੰ ਦੁਨੀਆ ਵਿੱਚ ਕੋਈ ਖਤਰਾ ਨਹੀਂ ਹੋ ਸਕਦਾ। ਅੱਜ ਮਾਈ ਭਾਗ ਕੌਰ ਦੀ ਕੁਰਬਾਨੀ ਕਰਕੇ, ਅੱਜ ਮਾਈ ਭਾਗ ਕੌਰ ਦੀ ਸੂਰਵੀਰਤਾ ਕਰਕੇ ਪਾਤਸ਼ਾਹ ਨੇ ਬਚਨ ਕਹੇ, ਅੱਜ ਤੋਂ ਬਾਅਦ ਪੰਥ ਨੂੰ ਕੋਈ ਖਤਰਾ ਨਹੀਂ। ਜਿਹੜੇ ਪੰਥ ਵਿੱਚ ਬੀਬੀਆਂ ਖੁਦ ਰੱਖਿਆ ਕਰਨ ਦੇ ਕਾਬਿਲ ਹੋ ਜਾਣ, ਉਸ ਪੰਥ ਨੂੰ ਕਦੇ ਵੀ ਕੋਈ ਖਤਰਾ ਨਹੀਂ ਹੋ ਸਕਦਾ। ਸਾਧ ਸੰਗਤ, ਜਿਹੜੇ ਪੰਥ ਵਿੱਚ ਬੀਬੀਆਂ ਸਿੱਖੀ ਤੋਂ ਮੁਨੱਕਰ ਹੋ ਜਾਣ, ਉਹਨੂੰ ਖਤਮ ਕਰਨ ਦੀ ਲੋੜ ਨਹੀਂ, 50 ਸਾਲਾਂ ਵਿੱਚ ਉਹ ਆਪੇ ਖਤਮ ਹੋ ਜਾਂਦਾ। ਇਸ ਲਈ ਆਪੋ ਆਪਣੇ ਬੱਚਿਆਂ ਨੂੰ ਸਿੱਖੀ ਦਿਓ, ਆਪੋ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ। ਸਾਧ ਸੰਗਤ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸਾਚਾ ਗੁਰਲਾਧੋ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਮਨਾਇਆ ਜਾਣਾ ਹੈ। ਹਾਂ, ਉਹ ਪੁੰਨਿਆਂ ਵਾਲੇ ਦਿਨ ਹੁੰਦਾ, ਪਰ ਉਹਨੂੰ ਉਹ ਇਸ ਵਾਸਤੇ ਗੁਰੂ ਦੇ ਪੰਥ ਦੇ ਪਿਆਰੇ ਸੰਤ ਜਨ ਗੁਰਮੁਖ ਪਿਆਰੇ ਵਿਦਵਾਨਾਂ ਦਿਨ ਰੱਖਿਆ। ਉਹ ਸਿੱਖੋ, ਰੱਖੜੀ ਵੱਲ ਦੇ ਪਾਸੇ ਨਾ ਭੱਜਿਓ। ਆਓ ਸੱਚੇ ਗੁਰੂ ਦੇ ਕੋਲ ਜਾ ਕੇ ਆਪਣੀ ਬਾਂਹ ਉਸ ਭਾਈ ਮੱਖਣ ਸ਼ਾਹ ਦੀ ਤਰ੍ਹਾਂ ਪਕੜਾਈਏ, ਉਹ ਗੁਰੂ ਸਾਨੂੰ ਭਾਰ ਲਗਾਏਗਾ। ਪਰ ਮਾਫ ਕਰਿਓ, ਅਸੀਂ ਉੱਥੇ ਜਾ ਕੇ ਵੀ ਧਾਗੇ ਨਿਸ਼ਾਨ ਸਾਹਿਬ ਨਾਲ ਧਾਗੇ ਹੀ ਬੰਨੀ ਦੇ, ਉੱਥੇ ਜਾ ਕੇ ਵੀ ਗੁਰੂ ਗ੍ਰੰਥ ਸਾਹਿਬ ਦੇ ਪੀੜਿਆਂ ਨਾਲ ਤੁਸੀਂ ਧਾਗੇ ਬੰਨ ਕੇ ਆ ਜਾਂਦੇ ਹੋ। ਨਹੀਂ, ਉਹ ਸਿੱਖਾ ਆਪਣਾ ਹੱਥ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਕੜਾਈ। ਪਾਤਸ਼ਾਹ, ਇੱਥੇ ਲੁੱਟਣ ਵਾਲੇ ਬਹੁਤ ਨੇ, ਸੰਸਾਰੀ ਸ਼ਰੀਰਾਂ ਵਿੱਚ ਵੀ ਤੇ ਅੰਦਰ ਦੇ ਵਿਕਾਰ ਵੀ। ਪਾਤਸ਼ਾਹ, ਬੱਚੇ ਦਾ ਹੱਥ ਪਕੜੋ, ਸਾਨੂੰ ਉਸ ਭਾਈ ਮੱਖਣ ਸ਼ਾਹ ਦੀ ਤਰ੍ਹਾਂ ਆਪਣਾ ਬਣਾ ਲਓ। ਆਓ ਸਾਧ ਸੰਗਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸਮਾਂ ਸਮਾਪਤ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਸਾਧ ਸੰਗਤ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ। ਇੱਥੇ ਆਇਆ ਸਭ ਕੋ ਜਾਸੀ,
ਕੂੜ ਕਰਹੁ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ